ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਕਾਲਜ ਮੋਗਾ ਵਿਖੇ 3 ਦਿਨਾਂ ਪੁਸਤਕ ਪ੍ਰਦਰਸ਼ਨੀ ਚੱਲ ਰਹੀ ਹੈ। ਉਸੇ ਪ੍ਰਦਰਸ਼ਨੀ ਦੇ ਦੌਰਾਨ ਅੱਜ ਮਾਤ ਭਾਸ਼ਾ ਦਿਵਸ ਮੌਕੇ ਗੁਰੂ ਨਾਨਕ ਕਾਲਜ ਮੋਗਾ ਦੇ ਬੀਕਾਮ ਦੇ ਵਿਦਿਆਰਥੀਆਂ ਨੂੰ ਡਾਕਟਰ ਸਰਜੀਤ ਸਿੰਘ ਦੋਦਰ ਨੇ ਮਾਤ ਭਾਸ਼ਾ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਪ੍ਰਦਰਸ਼ਨੀ ਦੌਰਾਨ ਉੱਗੀ ਲੇਖਿਕਾ ਮੈਡਮ ਬੇਅੰਤ ਕੌਰ ਗਿੱਲ ਦਾ ਨਾਵਲ ਵੀ ਰਿਲੀਜ਼ ਕੀਤਾ ਜਾਵੇਗਾ। ਆਓ ਅੱਜ ਡਾਕਟਰ ਸਰਜੀਤ ਸਿੰਘ ਦੋਦਰ ਜੀ ਦੀ ਦਿੱਤੀ ਗਈ ਜਾਣਕਾਰੀ ਦੇ ਨਾਲ ਪੁਸਤਕ ਪ੍ਰਦਰਸ਼ਨੀ ਦੀਆਂ ਝਲਕੀਆਂ ਵੀ ਵੇਖੀਏ। ਮੇਰੇ ਡਾਕਟਰ ਸੁਖਦੇਵ ਸਿੰਘ ਜੀ ਜਿਹੜੇ ਕਿ ਜੇਲ੍ਹ ਵਿਭਾਗ ਦੇ ਵਿੱਚੋਂ ਡੀਐਸਪੀ ਰਿਟਾਇਰਡ ਨੇ, ਔਰ ਉਹਨਾਂ ਦੇ ਨਾਲ ਪਵਨਦੀਪ ਕੁਰਵਾ ਜੀ ਦਾ ਵੀ ਮੈਂ ਇੱਥੇ ਪਹੁੰਚਣ ਦੇ ਬਹੁਤ ਸਵਾਗਤ ਕਰਦੀ ਹਾਂ। ਅੱਜ ਇੱਥੇ ਡਾਕਟਰ ਸਰਜੀਤ ਸਿੰਘ ਜੀ ਪਹੁੰਚੇ, ਉਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਉਹਨਾਂ ਨੇ ਜਿਹੜੀ ਆਪਣੀ PhD ਹੈ ਉਹ ਮਨੋਵਿਗਿਆਨ ਦੇ ਵਿਸ਼ੇ 'ਤੇ ਕੀਤੀ ਹੋਈ ਹੈ। ਨਿਸ਼ਕਾਮ ਸੇਵਾ ਜਿਹੜੀ ਤੁਸੀਂ ਸਕਾਲਰਸ਼ਿਪ ਫਾਰਮ ਅੱਜ ਕੱਲ੍ਹ ਬੱਚੇ ਭਰ ਰਹੇ ਹੋ, ਉਹਨਾਂ ਦੇ ਵਿੱਚ ਇਹ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ, ਜਿਨ੍ਹਾਂ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਸਕਾਲਰਸ਼ਿਪ ਮਿਲ ਰਹੀ ਹੈ ਅਤੇ ਬਹੁਤ ਸਾਰੇ ਬੱਚੇ ਇਹਨਾਂ ਦੇ ਸ਼ੁਕਰਗੁਜ਼ਾਰ ਆ। ਅਸੀਂ ਵੀ ਇਹਨਾਂ ਦੇ ਧੰਨਵਾਦੀ ਹਾਂ ਕਿ ਸਾਡੇ ਵੀ ਬੱਚਿਆਂ ਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਵਧੀਆ ਸਕਾਲਰਸ਼ਿਪ ਜਿਹੜੀ ਹੈ ਮਿਲ ਰਹੀ ਹੈ। ਅੱਜ ਇਹ ਤੁਹਾਡੇ ਸਾਹਮਣੇ ਰੂਬਰੂ ਹੋਣਗੇ, ਇਹਨਾਂ ਦਾ ਵਿਸ਼ਾ ਹੈਗਾ ਮਾਂ ਬੋਲੀ, ਅਤੇ ਮੈਂ ਪਲੀਜ਼ ਤੁਹਾਨੂੰ ਇੱਥੇ ਆਉਣ 'ਤੇ ਸੱਦਾ ਦਿੰਦੀ ਹਾਂ ਸਰਦਾਰ ਸੁਰਜੀਤ ਸਿੰਘ ਜੀ, ਡਾਕਟਰ ਸੁਰਜੀਤ ਸਿੰਘ ਜੀ। ਬਹੁਤ ਹੀ ਜੀਤੇ ਇਹਨਾਂ ਦੇ ਸਮੁੱਚਾ ਸਟਾਫ ਤੇ ਮੇਰੇ ਪਿਆਰੇ ਬੇਟੇ, ਇਹ ਸ਼ਬਦ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਆਮ ਬੋਲਿਆ ਜਾਂਦਾ, ਪਰ ਇਹਦੇ ਪ੍ਰਤੀ ਫਰਜ਼ ਨਿਭਾਉਣੇ ਬਹੁਤ ਔਖੇ, ਕਿਉਂਕਿ ਚਾਹੇ ਸਾਡੀ ਬੇਟੀ ਆ, ਅਸੀਂ ਉਹਨੂੰ ਵੀ ਬੇਟਾ ਕਹਿ ਕੇ ਬੁਲਾਉਂਦੇ ਹਾਂ। ਅੱਜ ਦਾ ਦਿਨ 16 ਅਕਤੂਬਰ ਸਾਰੀ ਦੁਨੀਆ ਤੇ ਜਿੱਥੇ ਜਿੱਥੇ ਵੀ ਪੰਜਾਬੀ ਬੈਠੇ ਆ, ਉਹ ਆਪਣੀ ਮਾਂ ਬੋਲੀ ਨੂੰ ਯਾਦ ਕਰਕੇ ਅੱਜ ਦਾ ਦਿਨ ਮਨਾਉਂਦੇ। ਸਾਡੀਆਂ 3 ਮਾਵਾਂ ਨੇ, ਹਰੇਕ ਦੀਆਂ 3 ਮਾਵਾਂ ਨੇ, ਮੇਰੀਆਂ ਵੀ 3 ਮਾਵਾਂ ਨੇ, ਇਸ ਬੱਚੇ ਦੀਆਂ ਵੀ 3 ਮਾਵਾਂ ਨੇ। ਪਹਿਲੀ ਮਾਂ ਤਾਂ ਉਹ ਆ ਜਿਹਨੇ ਸਾਨੂੰ ਜਨਮ ਦਿੱਤਾ, ਜਿਹਦੀ ਗੋਦੀ ਵਿੱਚ ਅਸੀਂ ਖੇਡੇ ਹਾਂ, ਨਿੱਘ ਮਾਣਿਆ। ਉਸ ਮਾਂ ਨੇ ਸਾਨੂੰ ਆਪਣਾ ਦੁੱਧ ਚੰਗਾ ਕੇ ਸਾਨੂੰ ਤੰਦਰੁਸਤ ਰੱਖਿਆ ਮੁੱਢਲੇ ਜੀਵਨ ਦੇ ਵਿੱਚ, ਤੇ ਉਹਦਾ ਦੇਣਾ ਹੀ ਨਹੀਂ ਦੇ ਸਕਦੇ ਅਸੀਂ, ਚਾਹੇ ਦੁਨੀਆ ਇੱਧਰੋਂ ਇੱਧਰ ਆ ਜੇ, ਸਾਰੀਆਂ ਸਹੂਲਤਾਂ ਮਿਲ ਜਾਣ, ਪਰ ਮਾਂ ਵਰਗਾ ਪਿਆਰ ਸਾਨੂੰ ਕਿਸੇ ਕੋਲ। ਦੂਜੀ ਮਾਂ ਸਾਡੀ ਹੈਗੀ ਆ ਸਾਡੀ ਮਾਂ ਬੋਲੀ, ਜਿਹੜੀ ਅਸੀਂ ਮਾਂ ਦੇ ਦੁੱਧ ਤੋਂ ਹੀ ਸਿੱਖ ਲੈਂਦੇ। ਚਿੜੀ ਕਦੇ ਕਾਂ ਵਾਂਗੂ ਨਹੀਂ ਬੋਲਦੀ, ਘੁੱਗੀ ਕਦੇ ਕਬੂਤਰ ਵਾਂਗੂ ਨਹੀਂ ਬੋਲਦੀ। ਜਿੰਨੇ ਜਾਨਵਰ ਆ ਜਾਂ ਪੰਛੀ ਆ, ਉਹ ਆਪਣੀ ਮਾਂ ਤੋਂ ਆਪਣੀ ਮਾਂ ਬੋਲੀ ਸਿੱਖ ਲੈਂਦੇ। ਇਵੇਂ ਅਸੀਂ ਸਿੱਖ ਲੈਂਦੇ ਹਾਂ ਮਾਂ ਦੇ ਦੁੱਧ ਤੋਂ ਹੀ, ਭਾਵੇਂ ਹਾਲਾਂਕਿ ਸਾਨੂੰ ਹੁਣ ਕੋਈ ਦਿੱਕਤ ਨਹੀਂ ਬੋਲਣ ਦੇ ਵਿੱਚ, ਕੋਈ ਝਿਜਕ ਨਹੀਂ ਬੋਲਣ ਦੇ ਵਿੱਚ, ਪਰ ਕੋਈ ਸਮਾਂ ਸੀ ਜਦੋਂ ਸਾਨੂੰ ਬੋਲਣਾ ਹੀ ਨਹੀਂ ਸੀ ਆਉਂਦਾ। ਸਿਰਫ ਮਾਂ ਨੇ ਬੁੱਲਾਂ ਤੇ ਹੱਥ ਰੱਖ ਦੇਣਾ, ਤਾਂ ਜੇ ਅਸੀਂ ਮਾੜਾ ਜਿਹਾ ਮੁਸਕਰਾ ਪੈਂਦੇ ਸੀਗੇ ਤੇ ਮਾਂ ਸਮਝ ਲੈਂਦੀ ਸੀ ਸਾਡੀ ਉਹ ਬੋਲੀ ਕਿ ਮੇਰੇ ਬੱਚਾ ਕਿੰਨਾ ਖੁਸ਼ ਹੈ। ਜੇ ਕਦੇ ਅਸੀਂ ਬੁੱਲ ਟੇਰ ਦਿੱਤੇ ਨਿੱਕੇ ਜਿਹੇ ਨੇ, ਤੇ ਮਾਂ ਨੂੰ ਸਮਝ ਲੱਗ ਜਾਂਦੀ ਸੀ ਕਿ ਇਹ ਹੁਣ ਗੁੱਸੇ ਆਵੇ, ਇਹ ਨਾਰਾਜ਼ ਆ, ਉਹ ਚੱਕ ਕੇ ਆਪਣੀ ਹਿੱਕ ਨਾਲ ਲਾ ਦਿੰਦੀ ਸੀ ਤੇ ਥਾਪੜ ਦਿੰਦੀ ਸੀ ਸਾਨੂੰ। ਜਦੋਂ ਅਸੀਂ ਬਾਹਲੇ ਖਿੱਚ ਜਾਂਦੇ ਸੀ, ਮਾਂ ਚੱਕਦੀ ਸੀ ਗੋਦੀ ਲਾ ਕੇ ਹੌਲੀ ਹੌਲੀ ਹੁੰਗਾਰੇ ਭਰਦੀ ਸਾਨੂੰ ਸਵਾ ਦਿੰਦੀ ਸੀ। ਇੱਕ ਉਹ ਮਾਂ ਜਿਹਨੇ ਸਾਨੂੰ ਜਨਮ ਦਿੱਤਾ, ਦੂਜੀ ਸਾਡੀ ਮਾਂ ਉਹ ਆ ਜਿਹੜੀ ਬੋਲੀ ਅਸੀਂ ਆਪਣੀ ਮਾਂ ਤੋਂ ਸਿੱਖੀ, ਸਾਡੀ ਮਾਂ ਬੋਲੀ ਪੰਜਾਬੀ। ਤੇ ਤੀਜੀ ਮਾਂ ਸਾਡੀ ਆ ਧਰਤੀ ਮਾਂ। ਅੱਜ ਜੇ ਸੱਚ ਪੁੱਛੋ, ਅੱਜ ਅਸੀਂ 3 ਮਾਵਾਂ ਨੂੰ ਰੋਲ ਕੇ ਰੱਖ ਦਿੱਤਾ। ਨਾ ਤਾਂ ਅਸੀਂ ਉਸ ਮਾਂ ਦਾ ਸਤਿਕਾਰ ਕਰਦਾ ਸਾਡਾ ਸਮਾਜ, ਜਿਹਦੇ ਵਿੱਚੋਂ ਜਿਹੜੀ ਮਾਂ ਨੇ ਸਾਨੂੰ ਜਨਮ ਦਿੱਤਾ, ਅਨੇਕਾਂ ਸਾਡੇ ਕੋਲ ਉਦਾਹਰਨਾਂ ਨੇ, TV 'ਤੇ ਆਉਂਦੇ ਨੇ,
मोबाइल के उत्ते किते ना किते आउंदा कि फलाने थां ते माँ बैठी आ, ਉਹਦਾ बेटा ਜਾਂ ਉਹਦੀ बेटी ਜਾਂ ਉਹਦਾ पोता ਜਾਂ पोतरी PCS अफसर लगे हुए। ਸਾਡੇ ਕੋਲ ਇੱਕ ਆਈ ਸੀ ਉਦਾਹਰਨ ਪਿੱਛੇ ਜੇ ਫਰੀਦਕੋਟ, ਪੋਤੀ PCS ਅਫਸਰ ਆ ਤੇ ਮਾਂ ਨੂੰ ਇੱਕ ਛੋਟੀਆਂ ਜਿਹੀਆਂ ਇੱਟਾਂ ਦਾ 2 ਫੁੱਟ ਉੱਚਾ ਥਾਂ ਕਰਕੇ ਤਾਂ ਨੂੰ ਤੇ ਉੱਤੇ ਇੱਕ ਟੀਨ ਪਾ ਕੇ ਉਹਦੇ ਵਿੱਚ ਮਾਂ ਬੈਠੀ। ਮੈਂ ਕਹਿੰਦਾ ਕਿ ਦੁਰ ਨਾਨਕਾ ਉਹੇ ਜੀ ਔਲਾਦ ਦੇ ਜਿਹਨੇ ਆਪਣੀ ਮਾਂ ਨੂੰ ਹੀ ਦਿੱਤਾ। ਮਾਂ ਤਾਂ ਮਾਂ ਹੀ ਆ। IAS ਅਫਸਰ ਦੇ ਇੰਟਰਵਿਊ ਦੇ ਵਿੱਚ ਉਹਨੂੰ ਇੱਕ ਕੁੜੀ ਨੇ ਸਵਾਲ ਕੀਤਾ ਵੀ ਜੇ ਤੇਰੀ ਮਾਂ ਬੇਸ਼ਵਾ ਹੁੰਦੀ ਤਾਂ ਫਿਰ ਤੂੰ ਕੀ ਕਰਦੀ? ਉਹ ਕਹਿੰਦੀ ਮਾਂ ਤਾਂ ਮਾਂ ਹੀ ਆ ਨਾ, ਭਾਵੇਂ ਕੋਈ ਵੀ ਆ। ਫਿਰ ਉਹਨੇ ਐਗਜ਼ਾਮਪਲ ਦਿੱਤੀ ਸੀ ਕਿ ਸਾਡੀ ਇੱਕ ਬਹੁਤ ਮਸ਼ਹੂਰ ਐਕਟਰੈਸ ਹੋਈ ਆ ਮਧੂਬਾਲਾ, ਕਹਿੰਦੀ ਮਧੂਬਾਲਾ ਦੀ ਮਾਂ ਨਹੀਂ ਸੀ, ਉਹਦੀ ਵੀ ਮਾਂ ਸੀ। ਦੁਨੀਆ ਤੇ ਜੇ ਸਤਿਕਾਰ ਦੇ ਪਾਤਰ ਹਨ ਨਾ 2 ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਮੈਂ ਪੂਜਾ ਕਰਦਾ। ਇੱਕ ਮਾਂ ਜਿਹਨੇ ਮੈਨੂੰ ਜਨਮ ਦਿੱਤਾ, ਜਿਹਨੇ ਗੋਦੀ ਚੁੱਕਿਆ, ਜਿਹਨੇ ਮੈਨੂੰ ਖਿਡਾਇਆ, ਜਿਹਨੇ ਮੈਨੂੰ ਡੋਰੀਆਂ ਦਿੱਤੀਆਂ, ਜਿਹਨੇ ਮੇਰਾ ਸਿਰ ਪਲੋਸਿਆ, ਜਿਹਨੇ ਮੈਨੂੰ ਬਿਮਾਰੀ ਠਮਾਰੀ ਤੋਂ ਬਚਾਇਆ ਤੇ ਮੇਰੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਏਡਾ ਵੱਡਾ ਕਰ ਦਿੱਤਾ। ਇੱਕ ਉਹ ਮਾਂ ਜਿਹਨੂੰ ਮੈਂ ਸਦਾ ਹੀ ਆਪਣੇ ਨਾਲ ਨਾਲ ਰੱਖਦਾ, ਜਿਹਨੂੰ ਮੈਂ ਕਦੇ ਨਹੀਂ ਭੁੱਲ ਨਹੀਂ ਸਕਦਾ ਜਿੰਨਾ ਚਿਰ ਮੇਰੇ ਦੱਸਾਂ। ਦੂਜਾ ਮਾਂ ਦੇ ਰੂਪ ਚ ਬੈਠੇ ਨੇ ਜਿਨ੍ਹਾਂ ਦੀ ਬਦੌਲਤ ਮੈਂ ਡਾਕਟਰ ਬਣਿਆ। ਮੈਂ ਤਾਂ ਪਿੰਡ ਦਾ ਇੱਕ ਸਿੱਧਾ ਸਾਦਾ ਜਿਹਾ, ਜਿਵੇਂ ਤੁਸੀਂ ਆਉਂਦੇ ਆ ਇਵੇਂ ਮੈਂ ਕਾਲਜ ਪੜ੍ਹਨ ਆਉਂਦਾ ਸੀ। 1970 ਦੇ ਵਿੱਚ ਮੈਂ 10ਵੀਂ ਪਾਸ ਕੀਤੀ ਆ। ਕੋਈ ਬਹੁਤਾ ਇੰਟੈਲੀਜੈਂਟ ਨਹੀਂ ਸੀ ਮੈਂ, ਸਿੰਪਲ ਸਧਾਰਨ, ਬਹੁਤੇ ਉੱਚੇ ਹਨ। ਸਾਡੇ ਸਮੇਂ ਦੇ ਵਿੱਚ ਇੱਕ ਮੁੰਡੇ ਦੀ ਫਾਸਟ ਡਿਵੀਜ਼ਨ ਆਈ ਸੀ ਤੇ ਮੇਰੇ ਥੋੜ੍ਹੇ ਜਿਹੇ ਨੰਬਰ ਘੱਟ ਗਏ ਸੀ ਫਾਸਟ ਡਿਵੀਜ਼ਨ ਤੋਂ। ਤੇ ਮੇਰੇ ਟੀਚਰ ਮੈਨੂੰ ਕਹਿੰਦੇ ਸੀ ਵੀ ਤੈਨੂੰ ਕੀ ਹੋ ਗਿਆ ਸੀ, ਤੂੰ ਨਹੀਂ ਲੈ ਸਕਦਾ ਸੀ ਫਾਸਟ ਡਿਵੀਜ਼ਨ। ਪਰ ਸਭ ਤੋਂ ਮੇਰੀ ਮਾਂ ਨੇ ਮੈਨੂੰ ਜਿਹੜਾ ਪਿਆਰ ਦਿੱਤਾ ਨਾ, ਉਹ ਗੱਲ ਅੱਜ ਵੀ ਮੈਨੂੰ ਯਾਦ ਹੈ। ਕਹਿੰਦੀ ਮੇਰਾ ਪੁੱਤ ਸਭ ਤੋਂ ਹੀ ਵੱਡਾ ਮਹਾਨ ਆ, ਸਭ ਤੋਂ ਵੱਧ ਇੰਟੈਲੀਜੈਂਟ ਹੈ, ਕਹਿੰਦੀ ਮੇਰਾ ਮੁੰਡਾ ਆ ਸਭ ਤੋਂ ਵਧੀਆ ਸਿਆਣਾ। ਤੂੰ ਫਿਰ ਕੀ ਹੋ ਗਿਆ? ਕਹਿੰਦੀ 2 ਨੰਬਰਾਂ ਦਾ ਕੀ ਹੁੰਦਾ, 3 ਦਾ ਕੀ ਹੁੰਦਾ। ਆਪਾਂ ਕਹਿੰਦੀ ਬਹੁਤ ਸਮਾਂ ਪਿਆ ਹਲੇ, ਆਪਾਂ ਉੱਥੇ ਪੂਜਾ ਕਰ ਦਿਆਂਗੇ। ਇਹ ਆ ਮਾਂ ਦਾ ਮਮਤਾ, ਮਾਂ ਦਾ ਪਿਆਰ, ਮਾਂ ਦਾ ਹੌਸਲਾ, ਮਾਂ ਦਾ ਵਿਸ਼ਵਾਸ। ਦੂਜਾ ਇਹ ਟੀਚਰ, ਮੇਰੀ ਮਾਂ ਸਿਰਫ ਮੈਨੂੰ ਰੋਟੀ ਪਕਾ ਕੇ ਦੇ ਦਿੰਦੀ ਸੀ, ਮੇਰੀ ਪੈਂਟ ਧੋ ਦਿੰਦੀ ਸੀ, ਮੇਰੀ ਸ਼ਰਟ ਧੋ ਦਿੰਦੀ ਸੀ, ਮੇਰੀ ਪੱਗ ਧੋ ਦਿੰਦੀ ਸੀ, ਜਾਂ ਮੇਰੀਆਂ ਕਿਤਾਬਾਂ ਚੱਕ ਕੇ ਆਸੇ-ਪਾਸੇ ਰੱਖ ਦਿੰਦੀ ਸੀ ਸਾਂਭ ਕੇ। ਪਰ ਜੇ ਮੈਂ ਡਾਕਟਰ ਬਣਿਆ ਤਾਂ ਮੈਂ ਇਹਨਾਂ ਅਧਿਆਪਕਾਂ ਕਰਕੇ ਬਣਿਆ। ਇਹਨਾਂ ਦੀ ਪੂਜਾ ਕਰੋ। ਇਹ ਮਾਂ ਦਾ ਦੂਜਾ ਰੂਪ ਆ। ਜਿਹੜਾ ਕੁਝ ਸਾਡੇ ਮਾਂ ਨੇ ਨਾ ਮੈਨੂੰ ਸਿਖਾ ਸਕੀ ਸੀ, ਮੇਰੇ ਅਧਿਆਪਕਾਂ ਨੇ ਮੈਨੂੰ ਸਿਖਾਇਆ। ਨਹੀਂ ਕਿਹੜਾ ਇਹ ਜਿਹੇ ਔਖੇ ਟੌਪਿਕ ਨੂੰ ਵਿਸ਼ੇ ਨੂੰ ਚੱਕਦਾ ਸੀਗਾ। ਮੈਨੂੰ ਕਹਿੰਦੇ ਨਹੀਂ ਤੂੰ ਪੜ੍ਹ ਸਕਦਾ ਯਾਰ, ਤੂੰ ਚੱਕੀ ਚੱਲ ਬੱਟੇ, ਕੋਈ ਗੱਲ ਨਹੀਂ, ਭਜਾਈ ਚੱਲ ਘੋੜਾ, ਕਦੇ ਤਾਂ ਪੈਂਦਾ ਹੋਊਗਾ। ਮੈਂ ਤੁਹਾਡੇ ਸਾਹਮਣੇ ਖੜਾ, ਯੂਨੀਵਰਸਿਟੀ ਦਾ ਟੌਪਰ ਸੀ ਮੈਂ। ਫਿਰ ਮੈਂ ਉਸ ਸਬਜੈਕਟ ਦੇ ਵਿੱਚ PhD ਕੀਤੀ ਹੈ, ਜਿਹੜੇ ਸਬਜੈਕਟ ਨੂੰ ਸਾਡੇ ਪਿੰਡਾਂ ਦੇ ਬੱਚੇ ਦੂਰ ਰੱਖਦੇ, ਜਿਹਦੇ ਨੇੜੇ ਵੀ ਨਹੀਂ ਸੀ ਟੁੱਕਦੇ ਗਏ, ਪਰ ਉਹਦੇ ਵਿੱਚ ਵੀ ਮੈਂ ਟੌਪ ਕੀਤਾ। ਉਹ ਮੈਂ ਆਪਣੇ ਮਾਂ-ਬਾਪ ਦਾ ਉਹਨਾਂ ਨਹੀਂ ਯੋਗਦਾਨ ਸਮਝਦਾ ਜਿੰਨਾ ਮੇਰੇ ਅਧਿਆਪਕਾਂ ਦਾ ਯੋਗਦਾਨ। ਅੱਜ ਸਾਡੇ ਕੋਲ ਕੀ ਹੈ? ਅੱਜ ਸਾਡੇ ਪਿੰਡਾਂ ਦੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦਾ ਹਜੇ ਬਚਪਨ ਹੀ ਸ਼ੁਰੂ ਹੋਇਆ, ਉਹਨਾਂ ਨੂੰ ਚੱਕ ਕੇ ਅਸੀਂ ਇੱਕ ਵੈਨ ਵਿੱਚ ਚੜ੍ਹਾ ਦਿੰਦੇ ਹਾਂ ਤੇ ਮਾਂ ਬੋਲੀ ਨਾਲੋਂ ਤੋੜ ਕੇ ਇੱਕ ਹੋਰ ਹੀ ਭਾਸ਼ਾ ਉਹਨਾਂ ਨੂੰ ਸਿਖਾਈ ਜਾ ਰਹੀ ਹੈ, ਜਿਹਦੇ ਕਰਕੇ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਹੀ ਨਹੀਂ ਹੋ ਰਿਹਾ। ਅੱਜ ਕੀ ਆ? ਅੱਜ ਸਾਡੀ ਮਾਂ ਬੋਲੀ ਸਿਰ ਤੋਂ ਨੰਗੀ ਹੋ ਗਈ, ਵਾਲਾਂ ਦੀਆਂ ਜਟੂਰੀਆਂ ਬਣ ਗਈਆਂ, ਪੈਰਾਂ 'ਚ ਵਿਆਈਆਂ ਪਾਟ ਗਈਆਂ, ਕੱਪੜੇ ਪਾਟ ਗਏ, ਲੀਰੋ ਲੀਰ ਹੋਈ ਪਈ। ਹੁਣ ਜਿਸ ਬੱਚੇ ਦੀ ਮਾਂ ਦਾ ਇਹ ਹਾਲ ਹੋਇਆ ਹੋਵੇ, ਫਿਰ ਅਸੀਂ ਉਹਨੂੰ ਕੀ ਕਹਿ ਸਕਦੇ?
तू लोरी दी उंगली लाया बन के मेरी गोली, बिच जवानी प्यार सिखाया बन मेरी हमजोली। अज मैं तेरे तन दे उत्तों मसां लुहाइयां लीरां, पैन मेरे गीतां दा रेशम तू मेरी मां बोली, पैन मेरे गीतां दा रेशम तू मेरी। मैं कहना कि जदों मैं पंजाबी च गल करदा, जदों मैं पंजाबी बोली दे प्यार की गल करदा तो मैनू दुनिया दी सारियां बोलियां नालों मिठी प्यारी ते सोहनी लगती है। क्यों लगती है? क्योंकि मेरी मां की बोली है। मैं तो 6वीं जमात के विच अंग्रेजी सानू लगी सी साडे कोल। बहुत ही सत्कारयोग साडे प्रिंसीपल कॉलेज के सरदार स्वरूपजीत सिंह जी, जिहड़े हमेशा मेरे अंग संग रहिंदे ने। ये मेरे इत्थे बसे हुए ने, इन्हां नूं मैं वसा ही नहीं सकता, कट ही नहीं सकता किस तरह। इन्हां नूं जी आया। आपां फिर उसे थां ते आ जाइए जिੱਥੋਂ आपां गल छड्डी सी। कि जिहड़ी मां ने सानू लोरियां दित्तियां, जिहड़ी मां ने सानू प्यार किया, जिहड़ी मां ने जो 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 असीं वड्डे हुंदे गए साडे प्रति उहदा मोह वधदा है। मां ने सानू उंगल फड़ के तुरना सिखाया। मां ने तोतले बोलां नूं जुबान दित्ती है। मां अपनी छाती नाल ला ला के साडा कद मिलदी रहिंदी है। अपनी चुन्नी ला के सानू पग बन्नना सिखाउंदी है। ते जदों कदे कदे सिर पलोसदे साडी पग दा कोई लड़ ढिल्ला हो जाता ना, सानू फिर भी चंगा चंगा लगता, क्योंकि वो साडी मां दीआं असीसां वाला हत्थ हुंदा जिन्हें साडा सिर पलोसा। हुण उस मां की बोली अज इन्नी पैरां थल्ले रुल रही है, दुरकार दित्ती है असीं बोली, ਉਹਦਾ खमियाजा किन्हां ने भुगतना? असीं किसी होर ने नहीं भुगतना। रविंद्रनाथ टैगोर ने इंग्लिश में बहुत कुछ लिखा, बहुत उन्होंने किसी मानता नहीं मिली, पर जदों गीतांजलि बंगला में लिख दी तो उस दुनिया का महान व्यक्ति बन सकता, क्योंकि अपनी माँ बोली में असीं बिना किसी झिझकदे अपनी गल कह सकते। सानू कदे भी सुपना अंग्रेजी में नहीं आया, सानू सुपना साडी मां बोली च ही आउंदा। जदों तुसीं अपनी मां बोली विच परपक्क हो गए, चंगी तरह लिख सकते हुए, चंगी तरह बोल सकते हुए, चंगी तरह पढ़ सकते हुए, दुनिया की जिहड़ी मर्जी भाषा सीखो, तुसीं सीख जाओ। पता नहीं क्यों साडे दिमाग दे विच ये गल भरी गई या किसी ने भर दी कि ये तो गवारा जिहां दी बोली है, इहनूं कौन बोलदा? मलेशिया दे विच जदों 10वीं का इम्तिहान पास करने तो बाद जदों सर्टिफिकेट इशू हुंदा तां उस समय जिन्हें 10वीं तक की पंजाबी पास की हुंदी है उन्होंने सर्टिफिकेट साढ़े भी यही हाल भी जे असीं पंजाब विच नौकरी लैनी है तो भावें दूजियां स्टेटां तो आ जाण, फिर भी उन्होंने इत्थे आके 10वीं पद्धर की पंजाबी पास करनी। हुण साडे असीं दिनों दिन एक पीढ़ी साडी सी, उदों साडे जदों मैं पढ़दा सी कोई भी साडे शहर दे विच अंग्रेजी माध्यम वाला स्कूल नहीं सी।
ਜਦੋਂ मैं अध्यापक लग गया, मैं इत्थे खालसा स्कूल च आया तो इत्थे एक बच्चा 8वीं 9वीं च होगा मेरा ख्याल, 8वीं च उन्होंने बाप दाखिल कराउण आया। गुरचरण सिंह प्रिंसीपल से उन्होंने कहता जी इन्हूं अंग्रेजी बहुत आउंदी आ, तुसीं जी इहनूं दाखिल कर लो। कहता मैं झग्गा सवा के पाउणा अंग्रेजी का, कहता इहनूं मैथ इहनूं नहीं आउंदा, साइंस इहनूं नहीं आउंदी, समाजिक सिक्ख्या इहनूं नहीं आउंदी, हिंदी इहनूं नहीं, मैं कल्ली अंग्रेजी नूं करना जा पाजा मैनूं। अज निक्का जिहा बच्चा जिहदा हजे बचपन भी पूरा बीतिया नहीं हुंदा, उहने बचपन का आनंद नहीं माणिया हुंदा, एक जना ਉਹਦੇ बूट पालिश करी ਜਾਂਦਾ ਹੁੰਦਾ, एक ਉਹਦਾ लंच बॉक्स तैयार करी ਜਾਂਦਾ ਹੁੰਦਾ, एक ਉਹਦੀ टाई लाई ਜਾਂਦਾ ਹੁੰਦਾ, एक बेल्ट लाई ਜਾਂਦਾ ਹੁੰਦਾ, एक ਉਹਦੇ जेब ਦੇ ਵਿੱਚ रुमाल पाई ਜਾਂਦਾ ਹੁੰਦਾ ਤੇ एक बाहर खड़ा ਉਹਦੀ ਵੈਨ ਨੂੰ ਉਡੀਕ ਰਿਹਾ ਹੁੰਦਾ। ਸਾਰਾ ਟੱਬਰ ਜਿੰਨਾ ਚਿਰ ਉਹ ਬੱਚਾ ਉਸ ਵੈਨ ਵਿੱਚ ਚੜ੍ਹ ਨਹੀਂ ਜਾਂਦਾ ਉਹਨਾਂ ਚਿਰ ਘਰ ਦਾ ਕੋਈ ਕੰਮ ਨਹੀਂ ਤੇ ਆਉਣ ਸਾਰ ਹੀ ਉਹਦੀ ਮਾਂ ਨੂੰ ਹੋਰ ਕੋਈ ਫਿਕਰ ਨਹੀਂ ਹੁੰਦਾ, ਕਹਿੰਦੀ ਤੈਨੂੰ ਹੋਮਵਰਕ ਕੀ ਦੇ ਦਿੱਤਾ, ਬਸ ਉਹਦੇ ਮਗਰ ਲੱਗੀ ਰਹਿੰਦੀ ਆ, ਪੜ੍ਹਾਈ ਜਾਂਦੀ ਆ। ਸਾਡੇ ਵਾਲੇ ਅਸੀਂ ਤਾਂ ਦੜੰਗੇ ਲਾਉਂਦੇ ਸੀ, ਜਿੱਥੇ ਜਾ ਕੇ ਝੋਲਾ ਸਿੱਟਤਾ ਅਗਲੇ ਦਿਨ ਚੱਕਣਾ ਹੁੰਦਾ ਸੀ। ਆ ਖੜੇ ਆ ਸਾਡਾ ਬਚਪਨ ਬੀਤਿਆ ਹੱਸ ਕੇ, ਸਾਡਾ ਬਚਪਨ ਬੀਤਿਆ ਖੇਡਦਿਆਂ ਹੋਇਆ। ਹੁਣ ਵਾਲਾ ਬੱਚਾ ਡਿਪਰੈਸ਼ਨ ਦੇ ਵਿੱਚ ਆ, ਉਹ ਮਾਨਸਿਕ ਰੋਗੀ ਬਣਦਾ ਜਾ ਰਿਹਾ, ਮਾਵਾਂ ਨੂੰ ਪਤਾ ਹੀ ਨਹੀਂ, ਉਹ ਇਕੱਲਾ ਰਹਿਣਾ ਪਸੰਦ ਕਰੀ ਜਾਂਦਾ। ਨਿੱਕਾ ਬੱਚਾ ਤੁਸੀਂ ਦੇਖੋ, ਜੇ ਤੁਹਾਡੇ ਕਿਸੇ ਕੋਈ ਭਤੀਜਾ ਤੁਹਾਡਾ ਜਾਂ ਬੇਟਾ ਤੁਹਾਡਾ ਜਾਂ ਕੋਈ ਤੁਹਾਡੇ ਤਾਏ ਦਾ ਜਵਾਕ ਆ ਜਾਂ ਕੋਈ ਹੋਰ ਆ ਘਰ 'ਚ ਭੈਣ ਦਾ ਜਵਾਕ ਹੀ ਤੁਹਾਡੇ ਕੋਲ ਆਇਆ, ਉਹਨੂੰ ਕਿਸੇ ਨਾਲ ਕੋਈ ਨਿਗਾ, ਉਹਨੇ ਆਪਦਾ ਮੋਬਾਈਲ ਚੱਕਣਾ ਲੱਗਿਆ ਪਿਆ। ਇਹ ਆ ਸਾਡਾ ਦੁਖਾਂਤ। ਮੈਂ ਕਹਿੰਦਾ ਉਹ ਗੀਤ ਨੂੰ ਬਾਰ-ਬਾਰ ਸੁਣ ਲਓ ਤੁਸੀਂ। ਸਾਡੀ ਮਾਂ ਬੋਲੀ ਤਾਂ ਰਕਾਨ ਸੀ, ਰਕਾਨ ਹੁੰਦਾ ਹੈਗਾ ਜਿਹਦੇ ਵਿੱਚ ਸਾਰੇ ਗੁਣ ਹੋਣ, ਉਸ ਔਰਤ ਨੂੰ ਰਕਾਨ ਦਾ ਸ਼ਬਦ ਹੁੰਦਾ। ਪੰਜਾਬੀਏ ਜਵਾਨੇ ਦੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਨਹੀਂ, ਮੇਢੀਆਂ ਖਿਲਾਰੀ ਫਿਰੇ ਬੁੱਲੇ ਦੀਏ ਕਾਫੀਏ ਨਹੀਂ, ਜਿਹਨੇ ਤੇਰਾ ਖੋਲਿਆ ਸ਼ਿਕਾਰ। ਸਾਡੀ ਬੋਲੀ ਤਾਂ ਉਹ ਸੀ, ਸਾਡੀ ਬੋਲੀ ਦੇ ਮਗਰ ਸਾਡੀ ਬਹਾਦਰੀ ਖੜੀ ਆ। 5 ਦਰਿਆਵਾਂ ਦੀ ਧਰਤੀ ਦਾ ਵੇਰਵਾ ਦਿੱਤਾ ਇੱਥੇ। ਕਿਸੇ ਸਮੇਂ ਤੇ 7 ਦਰਿਆਵਾਂ ਦੀ ਧਰਤੀ ਸੀ, ਜਦੋਂ ਸਪਤ ਸਿੰਧੂ ਕਹਿੰਦੇ ਸੀ। ਉਸ ਤੋਂ ਬਾਅਦ 5 ਦਰਿਆਵਾਂ ਦੀ ਧਰਤੀ ਹੋ ਗਈ। 5 ਦਰਿਆਵਾਂ ਦੀ ਧਰਤੀ ਦੇ ਬਹਾਦਰਾਂ ਦੀ ਗੱਲ ਹੁੰਦੀ ਆ। ਸਾਡੇ ਪੰਜਾਬ ਦੇ ਗੱਭਰੂ ਤੇ ਮਟਿਆਰਾਂ ਚੌੜੀਆਂ ਛਾਤੀਆਂ ਵਾਲੇ ਤੇ ਬਹਾਦਰ ਸੀ, ਕਿਉਂਕਿ ਉਹਨਾਂ ਦੀ ਬੋਲੀ ਬਹਾਦਰਾਂ ਵਾਲੀ ਸੀ। ਮੈਂ ਕਹਿੰਦਾ ਕਿ ਤੁਸੀਂ ਕਦੇ ਪੜ੍ਹ ਕੇ ਦੇਖੋ, ਵੇ ਤੋਂ ਲੈ ਕੇ ਡਾਰੇ ਤੱਕ ਈੜੀ ਹੀ ਕੱਲਾ ਫੀਮੇਲ ਹੈ, ਬਾਕੀ ਸਾਰੇ ਮੇਲ ਹੈ। ਸਾਡੇ ਨਾਂ ਸੀ ਕਿੱਕਰ ਸਿੰਘ, ਬੋੜ ਸਿੰਘ, ਤੂਤ ਸਿੰਘ, ਇਹ ਜਿਹੇ ਨਾਂ ਸੀ ਸਾਡੇ ਜਿਹੜੇ ਨਾਂ ਟੁੱਟਣ ਵਾਲੇ। ਫਿਰ ਰੁੱਤਾਂ ਦੇ ਨਾਂ ਨਾਲ ਆ ਗਿਆ, ਮਹੀਨਿਆਂ ਦੇ ਨਾਂ ਨਾਲ ਆ ਗਿਆ। ਜਿਹੜਾ ਚੇਤ 'ਚ ਪੈਦਾ ਹੋਇਆ ਚੇਤ ਸਿਉਂ, ਜਿਹੜਾ ਵਿਸਾਖ 'ਚ ਪੈਦਾ ਹੋਇਆ ਵਿਸਾਖ ਸਿਉਂ, ਜਿਹੜਾ ਮਾਘ 'ਚ ਪੈਦਾ ਹੋਇਆ ਮਾਘੀ ਸਿੰਘ, ਜਿਹੜਾ ਫੱਗਣ 'ਚ ਪੈਦਾ ਹੋਇਆ ਫੱਗਣ ਸਿੰਘ। ਅਸੀਂ ਇਹੋ ਜਿਹੇ ਨਾਂ ਰੱਖੇ ਸਕਦੇ। ਸੌਣ 'ਚ ਪੈਦਾ ਹੋਇਆ ਤੇ ਸੌਣ ਸਿੰਘ ਰੱਖਦਾ। ਉਦੋਂ ਬਾਅਦ ਕੀ ਆਈ ਗੱਲ, ਫਿਰ ਉਹ ਮਹਿੰਦਰਾ, ਬਰਜਿੰਦਰਾ, ਸੁਰਿੰਦਰਾ ਤੇ ਇਹ ਆ ਗਏ। ਸਾਡੇ ਨਾਂ ਨਾਲ ਸਾਡੀ ਬਹਾਦਰੀ ਜੁੜੀ ਹੋਈ। ਸਾਨੂੰ ਜੇ ਅਸੀਂ ਆਪਣੀ ਮਾਂ ਬੋਲੀ ਨੂੰ ਸੱਚਮੁੱਚ ਪਿਆਰ ਕਰਦੇ ਹਾਂ ਤੇ ਸਾਨੂੰ ਸਭ ਤੋਂ ਪਹਿਲਾਂ ਸਾਡੀ ਮਾਂ ਨਾਲ ਪਿਆਰ ਹੋਣਾ। ਕਿੰਨੀਆਂ ਮਹਾਨ ਮਾਵਾਂ ਨੇ ਸਾਡੀਆਂ। ਮੈਂ ਕਹਿੰਦਾ ਕਿ ਦੁਨੀਆ ਦੀ ਸਭ ਤੋਂ ਵਧੀਆ ਟੀਚਰ, ਸਭ ਤੋਂ ਵਧੀਆ ਡਾਕਟਰ ਸਾਡੀ ਮਾਂ। ਡਾਕਟਰ ਨੂੰ ਤਾਂ ਦੱਸਦੇ ਆ ਨਾ ਜਾ ਕੇ, ਉਹ ਪੁੱਛਦਾ ਸਾਨੂੰ ਕਿ ਤੁਸੀਂ ਕੱਲ ਕੀ ਖਾਧਾ ਸੀ, ਬਿਮਾਰ ਹੋ ਗਏ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਸੀ, ਕਿੱਥੇ ਕਿੱਥੇ ਗਏ ਸੀ, ਅਚਾਰ ਤਾਂ ਨਹੀਂ ਖਾਧਾ, ਫਲਾਨਾ ਤਾਂ ਨਹੀਂ ਖਾਧਾ। ਸਾਡੀ ਮਾਂ ਤਾਂ ਏਡੀ ਵੱਡੀ ਡਾਕਟਰ ਸੀ ਕਿ ਜਦੋਂ ਬੱਚਾ ਬੋਲ ਨਹੀਂ ਸੀ ਸਕਦਾ ਉਦੋਂ ਸਮਝ ਲੈਂਦੀ ਸੀ ਕਿ ਅੱਜ ਇਹਦਾ ਢਿੱਡ ਦੁਖਦਾ, ਅੱਜ ਇਹਦਾ ਸਿਰ ਦੁਖਦਾ, ਅੱਜ ਇਹਨੂੰ ਭੁੱਖ ਲੱਗੀ ਆ, ਹੁਣ ਇਹਨੂੰ ਨਹਾਉਣਾ, ਹੁਣ ਇਹਨੂੰ ਨੀਂਦ ਆਉਂਦੀ ਆ। ਕਿੰਨੀ ਵੱਡੀ ਡਾਕਟਰ। ਜਿਹੜੀਆਂ 3 ਮਾਵਾਂ ਦਾ ਮੈਂ ਜ਼ਿਕਰ ਕੀਤਾ, ਉਹ 3 ਮਾਵਾਂ ਮਹਾਨ ਨੇ। ਧਰਤੀ ਮਾਂ ਦਾ ਜੋ ਅੱਜ ਅਸੀਂ ਹਾਲ ਕਰ, ਜਿੰਨਾ ਦੂਸ਼ਤ ਅਸੀਂ ਕੀਤਾ,
ਕਿਸੇ ਜਨ ਚਿੜੀਆਂ ਨੇ ਪੰਛੀਆਂ ਨੇ ਸਾਡੀ ਧਰਤੀ ਨੂੰ ਖਰਾਬ ਕੀਤਾ, ਕਿਸੇ ਜਾਨਵਰਾਂ ਨੇ ਖਰਾਬ ਕੀਤਾ। ਇਹ ਮਨੁੱਖ ਹੀ ਕਿਉਂ ਹੋ ਗਿਆ ਯਾਰ, ਬੰਦਾ ਹੀ ਕਿਉਂ ਹੋ ਗਿਆ? ਕਦੇ ਤੁਸੀਂ ਜਾਨਵਰ ਨੂੰ ਕਿਹਾ, ਕੁੱਤੇ ਨੂੰ ਕਿਹਾ ਉਹ ਕੁੱਤਾ ਬਣ ਜਾ, ਬੰਦੇ ਨੂੰ ਕਿਉਂ ਕਹੀ ਜਾਂਦੇ ਕਿ ਤੂੰ ਬੰਦਾ ਬਣ ਜਾਵੇ? ਪਰ ਅਸੀਂ ਕੀ ਕਰਦੇ ਆ, ਅਸੀਂ ਕਹਿੰਦੇ ਵੀ ਜੇ ਕਿਸੇ ਨੂੰ ਗਧਾ ਕਹਿਤਾ ਮਾੜਾ, ਕੁੱਤਾ ਕਹਿਤਾ ਮਾੜਾ, ਪਰ ਜੇ ਜਾਨਵਰ ਦੇ ਵਿੱਚੋਂ ਅਸੀਂ ਕਹੀਏ ਤੂੰ ਤਾਂ ਬੱਬਰ ਸ਼ੇਰ ਆ ਬਈ, ਫੇਰ ਉਹ ਚੜ ਜਾਂਦਾ ਹੈ, ਤਾਂ ਉਹ ਵੀ ਜਾਨਵਰ ਹੀ। ਗੱਲ ਇੱਥੇ ਖੜੀ ਆ ਕਿ ਤੁਹਾਨੂੰ ਜਿੰਨਾ ਆਪਣੀ ਮਾਂ ਨਾਲ ਪਿਆਰ ਆ ਨਾ, ਉਹਨਾਂ ਪਿਆਰ ਤੁਹਾਨੂੰ ਆਪਣੀ ਮਾਂ ਬੋਲੀ ਨਾਲ ਵੀ ਹੈ। ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਸਾਬਰ ਜਦੋਂ ਪੰਜਾਬੀ ਨਾਲ ਬੋਲਦਾ। ਇਹ ਤਾਂ ਸੱਚੀ ਮਾਂ ਵਰਗਾ ਪਿਆਰ ਹੁੰਦਾ ਜਦੋਂ ਮੈਂ ਪੰਜਾਬੀ 'ਚ ਕਰਦਾ, ਉਹਦੇ ਦੁੱਧ ਦੀ ਮਹਿਕ ਆਉਂਦੀ ਹੈ ਮੈਨੂੰ। ਉਹ ਸਾਡੀ ਮਾਂ ਬੋਲੀ 'ਚ ਕਿੰਨੇ ਪਿਆਰੇ ਗੀਤ ਨੇ, ਕਦੇ ਸੁਣ ਕੇ ਤਾਂ ਦੇਖੋ। ਆਹ ਲੱਚਰਤਾ ਨੇ ਪਤਾ ਨਹੀਂ ਕਿਹਨੇ ਕਿਸ ਤਰ੍ਹਾਂ ਸਾਡਾ ਸਵਾਦ ਇਹੋ ਜਿਹਾ ਬਣਾ ਦਿੱਤਾ ਕਿ ਅਸੀਂ ਗੰਦੇ ਗਾਣੇ ਸੁਣਨ ਦੇ ਆਦੀ ਬਣ ਗਏ। ਸਾਡੇ ਗੀਤ ਤਾਂ ਬਹੁਤ ਪਿਆਰੇ ਆ, ਤੁਸੀਂ ਕਦੇ ਪੁਰਾਣੇ ਲੋਕ ਗੀਤ ਸੁਣ ਕੇ ਦੇਖੋ। ਆਹ ਕੁੜੀਆਂ ਜਦੋਂ ਕਦੇ ਗੀਤ ਗਾਉਂਦੀਆਂ ਸੀ ਤਾਂ ਇਹ ਕਹਿੰਦੀਆਂ ਹੁੰਦੀਆਂ ਸੀ ਕਿ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵੱਜਦੀ ਬੱਦਲ ਬਣੂਗਾ। ਉਹ ਮਾਣ ਕਰਦੀਆਂ ਸੀ, ਮਾਣ ਕਰਦੀਆਂ ਸੀ ਕਿ ਹੋਰਨਾਂ ਦੇ ਵੀਰੇ ਖੁੰਡਾਂ ਉੱਤੇ ਬਹਿੰਦੇ, ਮੇਰਾ ਵੀਰਾ ਸੱਥ ਵਿੱਚ ਨਹੀਂ ਜਿਹਦੇ ਸੋਨੇ ਦੀ ਦਾਤਣ ਹੱਥ ਵਿੱਚ। ਇਹ ਗੀਤ ਕਿਹਨੇ ਖੋਲੇ ਸਾਡੇ? ਇਹ ਸਾਡੇ ਗੰਦੇ ਗੀਤਾਂ ਦਾ ਜਿਹੜਾ ਸੱਭਿਆਚਾਰ ਨਵਾਂ ਅਸੀਂ ਆਪਣੇ ਆਪ ਹੀ ਸਾਰ ਲਿਆ, ਉਹਨੇ ਸਾਡੇ ਕੋਲ ਇਹ ਗੀਤ ਖੋਲ੍ਹੇ। ਸਾਡੇ ਗੀਤਾਂ ਦੇ ਵਿੱਚ ਤਾਂ ਰਵਾਨਗੀ ਆ, ਅੰਤਾਂ ਦੀ ਰਵਾਨਗੀ ਆ। ਸਾਡੇ ਗੀਤਾਂ ਵਿੱਚ ਸਾਡੇ ਰੁੱਖਾਂ ਦਾ ਵੇਰਵਾ, ਸਾਡੇ ਗੀਤਾਂ ਵਿੱਚ ਸਾਡੇ ਭੈਣ ਭਰਾ ਦਾ ਰਿਸ਼ਤੇ ਦਾ ਵੇਰਵਾ, ਸਾਡੇ ਗੀਤਾਂ ਵਿੱਚ ਸਾਡੇ ਬਾਪ ਦਾ ਨਾਂ, ਸਾਡੀ ਮਾਂ ਦਾ ਨਾਂ, ਸਾਡੇ ਮਾਮੇ ਦਾ ਨਾਂ, ਸਾਡੇ ਰਿਸ਼ਤਿਆਂ ਦੇ ਨਾਂ। ਅਸੀਂ ਕਿੱਥੇ ਖੜ ਗਏ ਹਾਂ? ਅਸੀਂ ਦੋ ਸ਼ਬਦ ਸਿੱਖ ਲਏ ਆ। ਨਿੱਕਾ ਜਿਹਾ ਜਵਾਕ ਆ, ਉਹਨੂੰ ਕਹਿੰਦੇ ਕਿ ਇਹ ਅੰਕਲ ਆਏ ਆ ਤੇਰੇ, ਉਹਨੂੰ ਅੰਗਰੇਜ਼ੀ ਸਕੂਲ 'ਚ ਵੀ ਅੰਕਲ ਹੀ ਸਿਖਾਇਆ ਗਿਆ। ਤਾਂ ਫਿਰ ਹੁੰਦਾ ਕੀ ਆ, ਬਾਹਰ ਕਿਸੇ ਨੇ ਦਰਵਾਜ਼ਾ ਖੜਕਾ ਦਿੱਤਾ, ਜਵਾਕ ਭੱਜ ਕੇ ਗਿਆ, ਉਹਨੇ ਦੇਖਿਆ ਕਿ ਮੰਗਤਾ ਖੜਾ, ਉਹ ਆਪਣੀ ਮਾਂ ਨੂੰ ਆ ਕੇ ਕਹਿੰਦਾ ਕਿ ਮੰਗਤਾ ਅੰਕਲ ਆ ਗਿਆ, ਕਿਉਂਕਿ ਉਹਨੂੰ ਅੰਕਲ ਸਿਖਾਇਆ ਗਿਆ। ਚਾਚਾ, ਤਾਇਆ, ਮਾਮਾ, ਮਾਮਾ, ਤਾਇਆ, ਅਸਲੀ ਚਾਚੇ ਤੱਕ ਵੀ ਸਾਰੇ ਇੱਕੋ ਰੱਸੇ ਬੰਨ੍ਹਦੇ ਕਿ ਅੰਕਲ ਸ਼ਬਦ ਵਰਤ ਦਿਓ, ਬਸ ਠੀਕ ਆ। ਤੁਸੀਂ ਕਦੇ ਦੇਖੋ ਸਹੀ, ਤੁਸੀਂ ਆਪਣੇ ਭਤੀਜੇ ਨੂੰ ਨਾ ਕਦੇ, ਜਦੋਂ ਤੁਹਾਨੂੰ ਕਦੇ ਚਾਚਾ ਕਹਿ ਦਿੰਦਾ, ਤੁਹਾਡੀਆਂ ਬਾਹਾਂ ਆਪਣੇ ਆਪ ਐ ਲੱਗ ਜਾਂਦੀਆਂ ਤੇ ਭੱਜ ਕੇ ਚੱਕ ਲੈਂਦੇ ਆ। ਅੰਕਲ ਤਾਂ ਹਰੇਕ ਹੀ ਕਹਿ ਦਿੰਦਾ ਮੈਂ ਤੁਰਿਆ ਜਾ ਰਿਹਾ, ਤੇ ਉਹ ਕਹਿੰਦੇ ਅੰਕਲ ਮਰ ਜਾ, ਰਾਹ ਦੇ ਦੇ। ਮੈਂ ਰਾਹ ਦੇ ਦਿੰਦਾ, ਮੈਂ ਉਹਨੂੰ ਬਾਹਾਂ ਥੋੜ੍ਹੋ ਖਿਲਾਰ ਕੇ ਚੱਕਦਾ। ਸਾਡੇ ਲੋਕ ਗੀਤ ਨੇ ਜਿਹੜੇ, ਉਹ ਸਾਡੀ ਮਾਂ ਬੋਲੀ ਦਾ ਅਸਲੀ ਸਾਹਮਣੇ ਜਿਹਨੂੰ ਅਸੀਂ ਤਰਪਣ ਕਹਿ ਦਿੰਦੇ, ਸ਼ੀਸ਼ਾ ਕਹਿ ਦਿੰਦੇ, ਉਹ ਸਾਡਾ ਲਿਬਾਸ, ਸਾਡੇ ਪਹਿਰਾਵਾ, ਸਾਡਾ ਬੋਲਚਾਲ, ਸਾਡੇ ਲੋਕ ਕਲਾਮਾਂ, ਸਾਡੇ ਲੋਕ ਗੀਤ, ਸਾਡਾ ਲੋਕ ਨਾਚ, ਇਹ ਸਾਰਾ ਕੁਝ ਸਾਡੀ ਮਾਂ ਬੋਲੀ ਨਾਲ ਜੁੜਿਆ। ਜਦੋਂ ਅਸੀਂ ਇਹਨੂੰ ਭੁੱਲ ਜਾਵਾਂਗੇ, ਇਹ ਵੀ ਚਲੇ ਜਾਵੇ। ਜਦੋਂ ਇਹ ਖਤਮ ਹੋ ਗਏ ਨਾ, ਉਦੋਂ ਸਾਡੇ ਕੋਲ ਬਚਣਾ ਹੀ ਕੱਖ ਨਹੀਂ ਗਾ। ਕਿਉਂ ਸਾਡੇ ਬਾਹਰਲੇ ਜਿਹੜੇ ਜਾਂਦੇ ਆ, ਉਧਰ ਬਾਹਰ ਜਿਹੜੇ ਜਾਂਦੇ ਆ ਨਾ, ਕਿਤੇ ਕਿਸੇ ਦੀ ਵੀਡੀਓ ਦੇਖੋ, ਉਹ ਕਿਵੇਂ ਨੱਚਦੇ ਆ, ਖੂਹ ਖੂਹ ਕਰਕੇ ਨੱਚਦੀਆਂ ਨੇ ਔਰਤਾਂ, ਬੰਦੇ ਖੁਸ਼ੀਆਂ 'ਚ ਖੀਵੇ ਹੋਏ ਕਰਦੇ ਨੇ, ਕਿਉਂਕਿ ਉਹਨਾਂ ਨੂੰ ਇੱਥੋਂ ਦਾ ਮੋਹ ਸਤਾਉਂਦਾ ਕਿ ਅਸੀਂ ਆਪਣੇ ਇੰਨਾ ਪਿਆਰਾ ਸੱਭਿਆਚਾਰ ਛੱਡ ਕੇ ਅਸੀਂ ਉਸ ਸੱਭਿਆਚਾਰ 'ਚ ਚਲੇ ਗਏ ਜਿੱਥੇ ਸਾਡੇ ਬੱਚਿਆਂ ਨੇ ਸਾਡੇ ਆਉਣਾ ਹੀ ਨਹੀਂ। ਸਾਡੀ ਬੋਲੀ ਦਾ ਤੇ ਕਿੱਥੇ ਸਾਰਾ ਕੁਝ, ਜਦੋਂ ਅਸੀਂ ਸਾਰਾ ਕੁਝ ਭੁੱਲ ਗਏ ਤਾਂ ਫੇਰ ਸਾਨੂੰ ਬਹੁਤ ਔਖਾ।
रसूल हमजा तौर की एक किताब आ मेरा दागिस्तान। ਉਹਨੂੰ ਕੋਈ ਰਸਤੇ ਦੇ ਵਿੱਚ ਮਿਲਦਾ ਇੱਕ ਬੰਦਾ ਕਜ਼ਾਕਿਸਤਾਨ ਦੇ, ਉਸ ਬੰਦੇ ਨੂੰ ਜਿਹੜਾ ਲੋਕਾਂ ਦਾ ਆਮ ਲੋਕਾਂ ਦਾ ਵਿਵਹਾਰ ਵਿੱਚ ਵਿਚਰਿਆ ਹੋਇਆ ਆਦਮੀ, ਉਹ ਪੁੱਛਦਾ ਕਿਸੇ ਦਾ ਨਾਂ ਕਿ ਮੈਂ ਫਲਾਣੇ ਥਾਂ ਜਾਣਾ, ਉਹਦੀ ਬੋਲੀ ਨਹੀਂ ਸਮਝਦਾ। ਫਿਰ ਉਹ ਇੱਕ ਕੋਈ ਹੋਰ ਕਿਸੇ ਭਾਸ਼ਾ ਵਿੱਚ ਉਹਨੂੰ ਦੱਸਦਾ, ਉਹਨੂੰ ਫਿਰ ਨਹੀਂ ਪਤਾ ਲੱਗਦਾ। ਉਹ ਇੱਕ ਹੋਰ ਭਾਸ਼ਾ ਵਿੱਚ ਬੋਲਦਾ, ਹੋਰ ਨਹੀਂ ਪਤਾ ਲੱਗਦਾ। ਉਹ ਫਿਰ ਜਿਹੜਾ ਬੰਦਾ ਕਜ਼ਾਕਿਸਤਾਨ ਦਾ ਹੁੰਦਾ, ਉਹ ਆਪਣੀਆਂ ਭਾਸ਼ਾਵਾਂ 10-12 ਭਾਸ਼ਾਵਾਂ ਜਾਣਦਾ ਹੁੰਦਾ, ਉਹ ਇੱਕ ਭਾਸ਼ਾ 'ਚ ਗੱਲ ਸਕਦਾ, ਉਹ ਨਹੀਂ ਸੁਣਦਾ। ਦੂਜੀ, ਤੀਜੀ, ਚੌਥੀ, ਪੰਜਵੀਂ ਉਹ ਬੋਲਦਾ, ਉਹਨੂੰ ਨਹੀਂ ਪਤਾ ਲੱਗਦਾ। ਤੇ ਕੋਲ ਖੜਾ ਇੱਕ ਬੰਦਾ ਕਹਿੰਦਾ ਕਿ ਯਾਰ ਕਮਾਲ ਹੋ ਗਈ ਆ, ਤੂੰ ਉਹਦੀਆਂ 3 ਭਾਸ਼ਾਵਾਂ ਨਹੀਂ ਸਿੱਖਿਆ, ਤੈਨੂੰ ਇਹ ਪਤਾ ਹੀ ਨਹੀਂ ਲੱਗਿਆ। ਉਹ ਕਹਿੰਦਾ ਮੈਂ ਉਹਦੀਆਂ 3 ਨਹੀਂ ਜਾਣਦਾ, ਮੇਰੀਆਂ 7 ਭਾਸ਼ਾਵਾਂ ਨਹੀਂ ਉਹ ਜਾਣਦਾ। ਅਸੀਂ ਕੀ ਕੀਤਾ? ਅਸੀਂ ਆਪਣੀ ਮਾਂ ਬੋਲੀ ਨੂੰ ਜਿਉਂ-ਜਿਉਂ ਪ੍ਰਵਾਸੀ ਮਜ਼ਦੂਰ ਸਾਡੇ ਕੋਲ ਆਏ, ਅਸੀਂ ਉਹਨਾਂ ਨੂੰ ਬੋਲੀ, ਉਹਨਾਂ ਦੀ ਬੋਲੀ ਸਿੱਖ ਲਈ, ਅਸੀਂ ਆਪਣੀ ਬੋਲੀ ਨਹੀਂ ਸਿੱਖੀ। ਯਾਰ ਸਾਡੀ ਅਨਪੜ੍ਹ ਮਾਂ ਤਾਂ ਕੰਟੀਨਿਊਸ ਟੈਂਸ ਵਿੱਚ ਹੀ ਗੱਲ ਕਰਦੀ ਆ। ਉਹ ਰਾਮੂ ਜੇ ਬੋਰਿੰਗ ਵਾਲੀ ਮੋਟਰਿੰਗ ਪਰ ਚਲੇ ਜਾਣਾ, ਦੱਸੋ ਕਿਹੜਾ ਸੈਂਟੈਂਸ ਠੀਕ ਹੈ? ਨਾ ਬੋਰ ਨੂੰ ਬੋਰਿੰਗ ਬਣਾਤਾ, ਮੋਟਰ ਨੂੰ ਮੋਟਰਿੰਗ ਬਣਾਤਾ। ਉਹ ਰਾਮੂ ਸਮਝ ਗਿਆ ਵੀ ਬੇਬੇ ਨੇ ਕਿਹਾ ਕਿ ਮੋਟਰ ਤੇ ਜਾਣਾ। ਅਸੀਂ ਸਾਰਾ ਟੱਬਰ ਹਿੰਦੀ ਬੋਲਣ ਲੱਗ ਗਏ ਇੱਕ ਬੰਦੇ ਦੇ ਆਉਣ ਨਾਲ। ਅਸੀਂ ਇੱਕ ਬੰਦੇ ਨੂੰ ਆਪਣੀ ਭਾਸ਼ਾ, ਆਪਣੀ ਬੋਲੀ ਨਹੀਂ ਸਿੱਖੀ। ਸਾਡੇ ਕੋਲ ਕਿੰਨਾ ਮਾਂ ਨਾਵਲ ਮੈਕਸਿਮ ਗੋਰਕੀ ਦਾ ਮੈਂ ਤੁਹਾਨੂੰ ਅੱਜ ਸੁਝਾਅ ਦਊਂਗਾ ਕਿ ਤੁਸੀਂ 2 ਕਿਤਾਬਾਂ ਆਪਣੀ ਜ਼ਿੰਦਗੀ 'ਚ ਪੜ੍ਹ ਲਓ, ਇੱਕ ਮਾਂ ਤੇ ਦੂਜਾ ਰਸੂਲ ਹਮਜ਼ਾ ਤੌਰ ਦੀ ਮੇਰਾ ਦਾਗਿਸਤਾਨ। ਦਾਗਿਸਤਾਨ ਦਾ ਅਰਥ ਹੁੰਦਾ ਪਰਬਤਾਂ ਦੀ ਧਰਤੀ। ਮੈਥੋਂ ਅੱਜ ਸਰਟੀਫਿਕੇਟ ਖਾਲੀ ਕਰਨ ਤੇ ਲੈ ਕੇ ਲਗਵਾ ਕੇ ਲੈ ਜਾਓ, ਤੁਸੀਂ ਮਹਾਨ ਬਣ ਸਕਦੇ। ਇਹ 2 ਕਿਤਾਬਾਂ ਜਿਹੀਆਂ ਨੇ ਜਿਹੜੀਆਂ ਇੰਨੀਆਂ ਪ੍ਰੇਰਨਾ ਸਰੋਤ ਨੇ, ਪੁਸਤਕ ਮੇਲੇ ਤੇ ਆਈਆਂ ਹੋਈਆਂ, ਇੱਥੋਂ ਲੈ ਸਕਦੇ ਤੁਸੀਂ ਮਹਾਨ ਬਣ ਸਕਦੇ। ਮੈਂ ਹਾਇਰ ਸੈਕੰਡਰੀ ਕੀਤੀ ਹੋਈ ਸੀ ਉਦੋਂ, ਜਦੋਂ ਮੈਂ ਆਹ ਕਿਤਾਬ ਪੜ੍ਹ ਲਈ ਸੀ ਮੇਰਾ ਦਾਗਿਸਤਾਨ। ਇੱਕ ਚਿੰਗ ਲਾਉਂਦੀ ਆ ਤੁਹਾਡੇ ਨੂੰ, ਉੱਥੇ ਕਿੱਡੀ ਵੱਡੀ ਉਹਨਾਂ ਦੀ ਪ੍ਰੇਰਨਾ ਵਾਲੀ ਗੱਲ ਆ ਕਿ ਜੇ ਕਿਸੇ ਨੂੰ ਗਾਲ ਦਿੰਦੇ ਆ ਨਾ ਉਹ ਦਾਗਿਸਤਾਨ ਦੇ ਲੋਕ, ਕਜ਼ਾਕੀ ਲੋਕ, ਤਾਂ ਉਹ ਕਹਿੰਦੇ ਕਿ ਜਾ ਤੂੰ ਆਪਣੀ ਮਾਂ ਬੋਲੀ ਭੁੱਲ ਜੇ, ਤੇ ਉਹ ਬੰਦਾ ਮਰ ਜਾਂਦਾ। ਯਾਰ ਇਹ ਤੂੰ ਵੱਡਾ ਮੈਨੂੰ ਦੌਲਤ ਸੀਸ ਕੌਣ ਦੇ ਸਕਦਾ? ਅਸੀਂ ਖੁਦ ਭੁਲਾ ਰਹੇ ਹਾਂ। ਅਸੀਂ ਕਹਿੰਦੇ ਕਿ ਤੂੰ ਖੁਦ ਹੀ ਭੁੱਲ ਜਾ। ਖੁਦ ਹੀ ਮਾਂ ਕਹਿ ਰਹੀ ਹੈ ਕਿ ਤੈਨੂੰ ਮੈਂ ਪੰਜਾਬੀ ਨਹੀਂ ਸਿਖਾਉਣੀ ਜੀ, ਤੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ 'ਚ ਇਹਨੂੰ ਪੜ੍ਹਨ ਆਓ, ਅੰਗਰੇਜ਼ੀ ਸਿੱਖੇ। ਹੁਣ ਜੇ ਅਸੀਂ ਇਸੇ ਤਰ੍ਹਾਂ ਹੌਲੀ ਹੌਲੀ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾਵਾਂਗੇ, ਆਪਣੀ ਬੋਲੀ ਨੂੰ ਭੁੱਲਦੇ ਜਾਵਾਂਗੇ, ਸਾਨੂੰ ਕੋਈ ਸਮਝ ਨਹੀਂ ਲੱਗਣੀ। ਹੁਣ ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। ਮੇਰਾ ਇੱਕ ਦੋਸਤ ਆ ਇੱਥੇ ਮੋਗੇ, ਉਹਦੀ ਪੋਤੀ 6ਵੀਂ ਜਮਾਤ 'ਚ ਪੜ੍ਹਦੀ ਹੈ ਸੈਕੰਡਰੀ ਸਕੂਲ। ਉਹ ਆਪਦੇ ਦਾਦੇ ਨੂੰ ਕਹਿੰਦੇ ਆ ਕਿ ਦਾਦਾ ਮੈਂ ਤਾਂ ਗੰਨਾ ਖਾਣਾ। ਹੁਣ ਗੰਨਾ ਚੂਪਣਾ ਹੁੰਦਾ, ਖਾਣਾ ਨਹੀਂ ਹੁੰਦਾ। ਉਹਨੂੰ ਪਤਾ ਹੀ ਨਹੀਂ, ਕਿਉਂਕਿ ਉਹਨੂੰ ਪੰਜਾਬੀ ਆਉਂਦੀ ਨਹੀਂ ਜੀ, ਪੰਜਾਬੀ ਉਹਨੇ ਸਿੱਖੀ ਨਹੀਂ। ਸਾਰਾ ਟੱਬਰ ਪੰਜਾਬੀ 'ਚ ਗੱਲਾਂ ਕਰਦਾ, ਤੇ ਜਦੋਂ ਉਹ ਪੰਜਾਬੀ 'ਚ ਬੋਲਦਾ ਨਾ ਉਹਦਾ ਦਾਦਾ ਬੱਚਿਆਂ ਨਾਲ, ਤੇ ਉਹ ਬੱਚਿਆਂ ਦੀ ਮਾਂ ਘੂਰ ਘੂਰ ਕੇ ਝਾਕਦੀ ਆ ਵੀ ਇਹਨੂੰ ਪੰਜਾਬੀ 'ਚ ਕਿਉਂ ਸੁਣਾਈ ਜਾਂਦੀਆਂ ਗੱਲਾਂ, ਵੀ ਇਹਨੂੰ ਜੁਰਮਾਨਾ ਲੱਗ ਗਿਆ। ਯਾਰ ਸਾਨੂੰ ਮਾਂ ਬੋਲੀ ਬੋਲਣ ਤੇ ਕੋਈ ਜੁਰਮਾਨਾ ਕਰ ਰਿਹਾ? ਕਾਪੀ ਤੇ ਕਹਿੰਦੇ ਜੁਰਮਾਨਾ ਕਰ ਦਿਓ ਵੀ ਇਹ ਮਾਂ ਬੋਲੀ 'ਚ ਗੱਲਾਂ ਕਰਦਾ। ਫਿਰ ਅਸੀਂ ਆਪਦੀ ਮਾਂ ਨੂੰ ਛੱਡ ਕੇ ਕਿਹੜੀ ਬੋਲੀ 'ਚ ਗੱਲਾਂ ਕਰੀਏ? ਭਾਸ਼ਾਵਾਂ ਜਿੰਨੀਆਂ ਮਰਜ਼ੀ ਬੋਲੀਆਂ ਸਿੱਖ ਲਓ ਤੁਸੀਂ, ਤੁਹਾਨੂੰ ਖੁੱਲ੍ਹੀ ਆ ਛੁੱਟੀ, ਤੁਹਾਨੂੰ ਆਜ਼ਾਦੀ ਹੈ, ਪਰ ਆਪਣੀ ਮਾਂ ਬੋਲੀ ਨੂੰ ਜਦੋਂ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੇ ਹਾਂ ਨਾ, ਫਿਰ ਅਸੀਂ ਕਿਸੇ ਪਾਸੇ ਨਹੀਂ। ਉਸਤਾਦ ਦਾਮਨ ਆ ਸਾਡਾ ਪਾਕਿਸਤਾਨ ਦਾ ਇੱਕ ਸ਼ਾਇਰ, ਉਹਨੇ ਬਹੁਤ ਵਧੀਆ ਲਿਖਿਆ ਸੀ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ,
ਜਿੱਥੇ ਖੜਾ ਖਲੋਤਾ ਐਵੇਂ ਪੰਜਾਬੀ ਪੰਜਾਬੀ ਪਿਆ ਕੂਕਣਾ ਏ, ਜਿੱਥੇ ਖੜਾ ਖਲੋਤਾ ਉਹ ਥਾਂ ਛੱਡ ਦੇ। ਮੈਨੂੰ ਇੰਝ ਲੱਗਦਾ ਲੋਕੀ ਆਖਦੇ ਨੇ ਉਹ ਪੁੱਤਰਾ ਆਪਣੀ ਮਾਂ ਛੱਡ। ਕਹਿੰਦਾ ਮੈਨੂੰ ਪੰਜਾਬੀ ਕਹੀ ਜਾਂਦੇ ਤੂੰ ਐਂ ਕਰਦਾ ਤੂੰ ਛੱਡ ਪਰ ਇਹਨੂੰ। ਪਰ ਕਹਿੰਦਾ ਮੈਨੂੰ ਉਸ ਸਮੇਂ ਐਂ ਲੱਗਦਾ ਹੁੰਦਾ ਕਿ ਇਹ ਲੋਕ ਮੈਨੂੰ ਕਹਿ ਰਹੇ ਨੇ ਕਿ ਤੂੰ ਆਪਣੀ ਮਾਂ ਨੂੰ ਛੱਡ। ਕੌਣ ਆ ਬੰਦਾ ਯਾਰ ਜਿਹੜਾ ਆਪਣੀ ਮਾਂ ਨੂੰ ਛੱਡ? ਮਾਂ ਚਾਹੇ ਅੱਖਾਂ ਤੋਂ ਅੰਨੀ ਆ, ਚਾਹੇ ਅੱਖਾਂ ਤੋਂ ਦਿਸਦਾ ਨਹੀਂ, ਚਾਹੇ ਟੀਰ ਮਾਰਦੀ ਆ, ਚਾਹੇ ਲੰਗ ਮਾਰਦੀ ਆ, ਚਾਹੇ ਰੰਗ ਦੀ ਕਾਲੀ ਆ, ਮਾਂ ਤਾਂ ਮਾਂ ਹੀ ਆ। ਸਭ ਤੋਂ ਸੁਪਰੀਮ ਤੇ ਸਭ ਤੋਂ ਖੂਬਸੂਰਤ ਮਾਂ ਸ਼ਬਦ। ਮਾਂ ਸ਼ਬਦ ਬਹੁਤ ਸੋਹਣਾ, ਮਾਂ ਦੀ ਉਸ ਤੋਂ ਵੀ ਸੋਹਣਾ, ਪਰ ਮੇਰੀ ਮਾਂ ਸਭ ਤੋਂ ਖੂਬਸੂਰਤ ਹੈ। ਨਿੱਕੇ ਹੁੰਦੇ ਕਹਿੰਦੇ ਸੀ ਮੇਰੀ ਮਾਂ, ਵੱਡੇ ਹੋ ਕੇ ਕਹਿੰਦੇ ਆ ਤੇਰੀ ਮਾਂ। ਜਿਉਂ ਅਸੀਂ ਵੱਡੇ ਹੋ ਜਾਂਦੇ ਆ ਫਿਰ ਕਹਿੰਦੇ ਆ ਕਿ ਇਹ ਮੇਰੀ ਨਹੀਂ ਤੇਰੀ ਆ ਮਾਂ, ਤੇਰੀ। ਤੁਸੀਂ ਕਦੇ ਇਕੱਲੇ ਬੈਠ ਕੇ ਸੋਚ ਕੇ ਦੇਖਿਓ, ਜਿਨ੍ਹਾਂ ਕੋਲੋਂ ਮਾਵਾਂ ਫਸ ਜਾਂਦੀਆਂ ਨਾ, ਜਿਨ੍ਹਾਂ ਕੋਲੋਂ ਮਾਂ ਦਾ ਪਿਆਰ ਨਹੀਂ ਹੁੰਦਾ, ਉਹਨਾਂ ਬੱਚਿਆਂ ਦਾ ਬਚਪਨ ਰੁਲ ਜਾਂਦਾ, ਉਹਨਾਂ ਦਾ ਜਿਹੜੀ ਉਹਨਾਂ ਦੀ ਸ਼ਖਸੀਅਤ ਦਾ ਵਿਕਾਸ ਹੋਣਾ ਹੁੰਦਾ ਉਹ ਰੁਲ ਜਾਂਦਾ। ਅਸੀਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਾਂ ਨੂੰ ਜਾ ਕੇ ਦੱਸ ਦਿੰਦੇ ਹਾਂ, ਉਹ ਝੋਲੀ ਅੱਡ ਕੇ ਸਾਡੇ ਦੁੱਖ ਵੀ ਸੁੱਖ ਵੀ ਆਪਣੀ ਝੋਲੀ 'ਚ ਪਵਾ ਦੇ। ਪਰ ਜਦੋਂ ਮਾਂ ਨਹੀਂ ਹੁੰਦੀ ਫਿਰ ਸਾਨੂੰ ਘਰ ਸੁੰਨਾ ਲੱਗਦਾ। ਇਹੀ ਹਾਲ ਸਾਡੀ ਮਾਂ ਦਾ। ਜਦੋਂ ਅਸੀਂ ਮਾਂ ਬੋਲੀ ਭੁੱਲ ਜਾਵਾਂਗੇ ਫਿਰ ਸਾਨੂੰ ਤੇ ਚੰਗਾ ਨਹੀਂ ਲੱਗਾਗਾ। ਇੱਕ ਕਹਾਣੀ ਸੀਗੀ ਆਪਣਾ ਦੇਸ਼, ਉਹਦੇ ਵਿੱਚ ਬਹੁਤ ਪਿਆਰੀ ਗੱਲ ਉਹ ਕਹਿੰਦਾ ਹੈਗਾ ਕਿ ਬੱਚਾ ਬਾਹਰ ਚਲੇ ਜਾਂਦੇ ਆ, ਉਹ ਬੰਦਾ ਇੱਧਰਲਾ ਹੁੰਦਾ, ਪੰਜਾਬ 'ਚ ਹੀ ਜੰਮਿਆ ਪਲਿਆ ਹੁੰਦਾ, ਪੰਜਾਬ 'ਚ ਹੀ ਉਹ ਵੱਡਾ ਹੋ ਜਾਂਦਾ, ਤੇ ਜਵਾਕ ਦੇਖ ਕੇ ਸਾਰੇ ਬੱਚੇ ਉੱਧਰ ਚਲੇ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਅਸੀਂ ਨਹੀਂ ਆਉਣਾ। ਉਹ ਧੱਕੇ ਨਾਲ ਇੱਧਰ ਲੈ ਕੇ ਆਉਂਦਾ। ਕੁਝ ਕੁ ਦਿਨਾਂ ਬਾਅਦ ਕਹਿੰਦੇ ਆ ਕਿ ਨਹੀਂ, ਉਦਾਸ ਹੋ ਜਾਂਦੇ ਆ, ਕਿਉਂਕਿ ਉਹਨਾਂ ਦਾ ਸੱਭਿਆਚਾਰ ਨਹੀਂ। ਜਦੋਂ ਇੱਥੋਂ ਉਹ ਉੱਡ ਕੇ ਆਪਦੀ ਧਰਤੀ ਵੱਲ ਜਾਂਦੇ ਆ ਤੇ ਉਹ ਕਹਿੰਦੇ ਆ ਕਿ ਹੁਣ ਅਸੀਂ ਖੁਸ਼ ਹਾਂ, ਅਸੀਂ ਆਪਣੀ ਧਰਤੀ ਤੇ ਹੀ ਖੁਸ਼ ਹਾਂ, ਆਪਣੀ ਮਾਂ ਬੋਲੀ ਬੋਲ ਕੇ ਖੁਸ਼ ਹਾਂ, ਆਪਣੀ ਮਾਵਾਂ ਕੋਲ ਰਹਿ ਕੇ ਖੁਸ਼ ਹਾਂ। ਪਰ ਮਾਵਾਂ ਦੇ ਸਦਾ ਨਾਲ ਨਹੀਂ ਰਹਿਣਾ ਹੁੰਦਾ। ਇਹਨਾਂ ਨੇ ਇੱਕ ਨਾ ਇੱਕ ਦਿਨ ਸਾਡੇ ਕੋਲ ਸਾਡੀ ਉਂਗਲੀ ਛੱਡ ਕੇ ਸਭ ਕੁਝ। ਪਰ ਮਾਂ ਤੇ ਮਾਂ ਬੋਲੀ ਜਿੰਨਾ ਤੁਸੀਂ ਪਿਆਰ ਕਰੋਗੇ ਓਨੇ ਮਹਾਨ ਹੋਵੇ। ਮੇਰੀ ਮਾਂ ਪੰਜਾਬੀ ਬੋਲੀ, ਮੇਰੀ ਮਾਂ ਪੰਜਾਬੀ ਬੋਲੀ ਬਚਪਨ ਵਿੱਚ ਮਾਂ ਪਾਸੋਂ ਸਿੱਖੀ। ਮੈਂ ਕਹਿੰਦਾ ਕਿ ਜਿਹੜਾ ਕੁਛ ਆਪਾਂ ਬੋਲਿਆ ਉਹ ਦੋ ਲਾਈਨਾਂ ਵਿੱਚ ਹੀ ਹੈ। ਮੇਰੀ ਮਾਂ ਪੰਜਾਬੀ ਬੋਲੀ ਬਚਪਨ ਵਿੱਚ ਮਾਂ ਪਾਸੋਂ ਸਿੱਖੀ, ਧੋਤੀ ਮਾਂਜੀ ਪਹਿਨੀ ਪਚਰੀ, ਨਜ਼ਮ ਨਸਲ ਇਸੇ ਵਿੱਚ। ਮੈਂ ਕਵਿਤਾ ਵੀ ਲਿਖੀ ਹੈ, ਮੈਂ ਵਾਰਤਕ ਵੀ। ਇੰਨੀ ਪਿਆਰੀ ਮੇਰੀ ਮਾਂ ਬੋਲੀ। ਆਓ ਅੱਜ ਦਾ ਜਿਹੜਾ ਦਿਨ ਹੈ ਸਾਡਾ, ਸਾਰੀ ਦੁਨੀਆ ਦੇ ਉੱਤੇ ਭਾਸ਼ਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਪੰਜਾਬੀ। ਮੈਂ ਕਹਿੰਦਾ ਕਿ ਸਾਡੇ ਕੋਲ ਤਾਂ 3 ਕਰੋੜ ਲੋਕ ਨੇ, 12 ਕਰੋੜ ਲੋਕ ਅੱਜ ਸਾਡੇ ਗੁਆਂਢੀ ਮੁਲਕ ਜਿਹੜਾ ਸਾਡਾ ਪੰਜਾਬ ਸਾਡੇ ਨਾਲੋਂ ਟੁੱਟ ਕੇ ਦੂਜੇ ਮੁਲਕ 'ਚ ਚਲਿਆ ਗਿਆ, 12 ਕਰੋੜ ਲੋਕ ਅੱਜ ਆਪਣੀ ਮਾਂ ਬੋਲੀ ਨੂੰ ਮਾਨਤਾ ਦਿਵਾਉਣ ਦੇ ਲਈ ਥਾਂ ਥਾਂ ਤੇ ਇਕੱਠੇ ਹੋਏ ਕਿ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਵਿੱਚ ਬੋਲਣ ਦਾ ਸਾਨੂੰ ਹੱਕ ਹੋਵੇ, ਸਾਨੂੰ ਬੋਲਣ ਦਾ ਅਧਿਕਾਰ ਹੋਵੇ, ਅਸੀਂ ਉਸ ਬੋਲੀ ਦੇ ਵਿੱਚ ਆਪਣਾ ਇਮਤਿਹਾਨ ਪਾਸ ਕਰ ਸਕੀਏ। ਤੇ ਜਦੋਂ ਇਹ ਹੋ ਗਿਆ ਤੇ ਫਿਰ ਅਸੀਂ ਕਿੰਨੇ ਮਹਾਨ ਹੋ ਜਾਵਾਂਗੇ, ਕਿੰਨੇ ਲੋਕ ਅੱਛੇ। ਆਓ ਅੱਜ ਦਾ ਦਿਨ ਆਪਾਂ ਪਰਨ ਕਰੀਏ ਕਿ ਸਾਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਕਰਨਾ ਚਾਹੀਦਾ, ਉਹਨੂੰ ਦਿਲੋਂ ਨਹੀਂ ਵਿਸਾਰਨਾ ਚਾਹੀਦਾ। ਇਹ ਜਿਹੜੀ ਮਾਂ ਬੋਲੀ ਹੈ ਸਾਡੀ, ਸਾਨੂੰ ਹਮੇਸ਼ਾ ਹੀ ਪਿਆਰ ਕਰਦੀ ਰਹਿੰਦੀ ਹੈ, ਸਾਡੇ ਅੰਦਰ ਇੱਕ ਜਜ਼ਬਾਤ ਪੈਦਾ ਕਰਦੀ ਹੈ, ਦੇਸ਼ ਭਗਤੀ ਦਾ ਜਜ਼ਬਾਤ ਪੈਦਾ ਕਰਦੀ ਹੈ, ਸਾਡਾ ਮਾਨਸਿਕ ਵਿਕਾਸ ਕਰਦੀ ਹੈ, ਸਾਡਾ ਮਨੋਵਿਗਿਆਨਕ ਵਿਕਾਸ ਕਰਦੀ ਹੈ। ਕਿ ਮੈਂ ਲਾਸਟ ਦੇ ਵਿੱਚ ਇੱਕੋ ਹੀ ਗੱਲ ਕਹਿ ਕੇ ਤੁਹਾਡੇ ਕੋਲ ਆਪਣੀ ਥਾਂ ਲਊਂਗਾ। ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ,
ਆਸ਼ਕ ਮੁੱਢੋਂ ਮੈਂ ਇਸ ਮੰਗਦਾ, ਮੇਰੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਇਸ ਮੰਗਦਾ ਹਾਂ। ਮੈਂ ਇਸੇ ਦੋ ਲਾਈਨਾਂ ਦੇ ਵਿੱਚ ਆਪਣੀ ਮਾਂ ਬੋਲੀ ਨੂੰ ਅਸਲੀ ਪਿਆਰ ਤੇ ਸ਼ਰਧਾ ਆਪਣੇ ਦਿਲੋਂ ਪੇਸ਼ ਕਰਦਾ ਕਿ ਮੇਰਾ ਇਹੀ ਸੁਪਨਾ ਕਿ ਮੇਰੀ ਮਾਂ ਬੋਲੀ ਸਦਾ ਜਿਉਂਦੀ ਰਹੇ। ਸਾਡੇ ਮੋਗੇ ਜ਼ਿਲ੍ਹੇ ਨੂੰ ਬਹੁਤ ਵੱਡਾ ਮਾਣ ਆ। ਮੈਂ ਕਹਿੰਦਾ ਕਿ ਜਿੰਨਾ ਚਿਰ ਪੰਜਾਬ ਜਿਉਂਦਾ ਰਹੂਗਾ ਉਹਨਾਂ ਚਿਰ ਸਾਡੇ ਮੋਗੇ ਜ਼ਿਲ੍ਹੇ ਨੂੰ ਮਾਣ ਰਹੂਗਾ। ਪਿੰਡ ਚੂੜ ਚੱਕ ਦਾ ਸੀਗਾ ਮੁੱਖ ਮੰਤਰੀ ਸਰਦਾਰ ਲਛਮਣ ਸਿੰਘ ਗਿੱਲ, ਜਿਹਨੇ ਮਾਂ ਬੋਲੀ ਨੂੰ ਮਾਂ ਦਾ ਦਰਜਾ ਦਵਾਇਆ ਤੇ ਸੰਵਿਧਾਨਕ ਹੱਕ ਦੇ ਤੌਰ ਤੇ ਸਾਨੂੰ ਜਿਹੜੀ ਸਾਡੇ ਰਾਸ਼ਟਰੀ ਭਾਸ਼ਾ ਦੇ ਵਿੱਚ ਸਾਡਾ ਨਾਮ, ਉਹਨੇ ਇੱਕੋ ਹੀ ਗੱਲ ਕਹੀ ਸੀ ਉੱਥੇ ਸਾਡੇ ਦੇਸ਼ ਦੇ ਜਦੋਂ ਬੋਲੀਆਂ ਦੀ ਗੱਲ ਚੱਲੀ। ਉਹ ਕਹਿੰਦਾ ਜੇ ਗੁਜਰਾਤ ਦੇ ਲੋਕਾਂ ਦੀ ਗੁਜਰਾਤੀ ਮਾਂ ਬੋਲੀ ਨੂੰ ਤੁਸੀਂ ਮਾਨਤਾ ਦਿੱਤੀ ਆ, ਮਹਾਰਾਸ਼ਟਰ ਦੀ ਮਰਾਠੀ ਨੂੰ ਮਾਨਤਾ ਦਿੱਤੀ ਆ, ਕੇਰਲਾ ਦੀ ਮਲਿਆਲਮ ਨੂੰ, ਤੇਲਗੂ, ਆਂਧਰਾ ਪ੍ਰਦੇਸ਼ ਦੀ ਤੇਲਗੂ ਨੂੰ ਤੁਸੀਂ ਮਾਨਤਾ ਦਿੱਤੀ ਆ, ਕੀ ਸਾਡੀ ਪੰਜਾਬੀ ਨੂੰ ਮਾਂ ਬੋਲੀ ਨੂੰ ਮਾਨਤਾ ਨਹੀਂ ਮਿਲ ਸਕਦੀ? ਤਾਂ ਕਿਸੇ ਕੋਲੇ ਕੋਈ ਜਵਾਬ ਨਹੀਂ ਸੀ। ਉਦੋਂ ਇਹ ਸਾਨੂੰ ਮਾਣ ਮਿਲਿਆ, ਇਹ ਲਛਮਣ ਸਿੰਘ ਗਿੱਲ ਕਰਕੇ ਮਿਲਿਆ। ਤੇ ਮੈਨੂੰ ਯਾਦ ਆ ਉਦੋਂ ਮੈਂ ਇਹ ਗੱਲ 1968 ਦੀ ਗੱਲ ਆ, 67 ਦੀ, ਤੇ ਉਸ ਸਮੇਂ ਮੈਂ 7ਵੀਂ ਜਮਾਤ 'ਚ ਪੜ੍ਹਦਾ ਸੀ। ਸਾਡੇ ਪਿੰਡ ਲਛਮਣ ਸਿੰਘ ਗਿੱਲ ਦਾ ਬਹੁਤ ਵੱਡਾ ਪਵਿੱਤਰ ਰਿਸ਼ਤਾ ਸੀਗਾ। ਉਹ ਪਿੰਡ ਸਾਡੇ ਵਿਆਹਿਆ ਹੋਇਆ ਸੀ। ਉੱਥੇ ਮੰਜਿਆਂ 'ਤੇ ਬੈਠੇ ਸੀ ਸਾਰੇ। ਇੱਕ ਮੁੱਖ ਮੰਤਰੀ ਵੀ ਮੰਜੇ 'ਤੇ ਬੈਠਾ ਕਹਿੰਦਾ ਸੀਗਾ ਕਿ ਲਓ ਮੈਂ ਕਹਿੰਦਾ ਅੱਜ ਤੋਂ ਮਾਂ ਬੋਲੀ ਨੂੰ ਦਰਜਾ ਦਵਾ ਦਿੱਤਾ। ਤੇ ਜਿਹੜਾ ਸਾਡਾ ਸਾਇੰਸ ਕਾਲਜ ਜਗਰਾਉਂ ਕਹਿੰਦੇ ਤੁਸੀਂ ਉੱਥੇ ਜਾਓ ਨਾ, ਤੇ ਜਿਹੜਾ ਉੱਥੇ ਉਹ ਨੀਂਹ ਪੱਥਰ ਰੱਖਿਆ ਹੋਇਆ ਉਹ ਕਹਿੰਦਾ ਸੀ ਕਿ ਪੰਜਾਬੀ ਵਿੱਚ ਹੀ ਲਿਖਿਆ ਹੋਵੇ, ਤੇ ਉਹ ਹੁਣ ਵੀ ਪੰਜਾਬੀ ਵਿੱਚ ਲਿਖਿਆ ਅਜੇ ਵੀ। ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਬੋਲੀ ਦੇ ਉੱਤੇ, ਆਪਣੀ ਮਾਂ 'ਤੇ ਜਿਵੇਂ ਅਸੀਂ ਮਾਣ ਕਰਦੇ ਹਾਂ ਉਹ ਸਾਨੂੰ ਸਾਡੀ ਬੋਲੀ ਤੇ। ਇਸ ਲਈ ਕਦੇ ਵੀ ਆਪਣੇ ਅੰਦਰ ਇਹ ਹੀਣ ਭਾਵਨਾ ਨਾਲ ਲੈ ਕੇ ਆਓ ਕਿ ਮੈਂ ਪੰਜਾਬੀ ਆ। ਮੈਂ ਪੰਜਾਬੀ 'ਚ ਗੱਲ ਕਰਦਾ, ਮੈਂ ਕਹਿੰਦਾ ਕਿ ਸਿਰ ਉਠਾ ਕੇ ਗੱਲ ਕਰਦਾ। ਅੰਗਰੇਜ਼ੀ ਤਾਂ ਜਦ ਇੱਕੋ ਹੀ ਸ਼ਬਦ ਆ, ਉਹਨੂੰ ਅਸੀਂ ਬੋਲੀ ਜਾਂਦੇ ਹਾਂ। ਤੁਹਾਨੂੰ ਜਿਹੜੀ ਗੱਲ ਦੱਸਿਆ, ਤੁਸੀਂ ਮਾਂ ਬੋਲੀ ਪੰਜਾਬੀ 'ਚ ਕਿੰਨੇ ਸ਼ਬਦ ਬੋਲ ਸਕਦੇ ਹੋ, ਕਿੰਨੇ ਮੋਹ ਭਰੀਆਂ ਗੱਲਾਂ ਕਰ ਸਕਦੇ ਹੋ। ਤੁਸੀਂ ਬੋਲੋ, ਪੜ੍ਹੋ, ਲਿਖੋ, ਸਾਹਿਤ ਪੜ੍ਹੋ, ਚੰਗਾ, ਬਹੁਤ ਚੰਗਾ ਸਾਹਿਤ ਆਪਣਾ। ਮੈਂ ਚਾਹੁੰਦਾ ਕਿ ਮੈਨੂੰ ਲੱਗਦਾ ਵੀ ਤੁਹਾਡੇ ਵਿੱਚੋਂ ਨਾ ਬਹੁਤ ਸਾਰੇ ਡਾਕਟਰ ਬਣ ਸਕਦੇ। ਤੁਸੀਂ PhD ਕਰੋ, MA ਕਰਨ ਤੋਂ ਬਾਅਦ PhD ਕਰੋ। ਕਿੰਨਾ ਕੁਝ ਪਿਆ ਸਾਡੇ ਲੋਕ ਤੇ, ਸਾਡੇ ਲੋਕ ਗੀਤਾਂ 'ਤੇ ਕੰਮ ਕਰਨ ਵਾਲਾ ਪਿਆ, ਸਾਡੀਆਂ ਲੋਕ ਕਲਾਵਾਂ 'ਤੇ ਕੰਮ ਕਰਨ ਵਾਲਾ ਪਿਆ, ਸਾਡੇ ਲੋਕ ਨਾਚ 'ਤੇ ਕੰਮ ਕਰਨ ਵਾਲਾ ਪਿਆ, ਸਾਡੇ ਲੋਕ ਪਹਿਰਾਵੇ 'ਤੇ ਕੰਮ ਕਰਨ ਵਾਲਾ ਪਿਆ। ਬਹੁਤ ਕੁਝ ਸਾਡਾ ਕੰਮ ਕਰਨ ਵਾਲਾ। ਤੁਸੀਂ ਕੰਮ ਕਰ ਸਕਦੇ ਜਦ ਤੁਹਾਡੇ ਨਾਂ ਨਾਲ ਡਾਕਟਰ ਲੱਗਿਆ ਹੋਵੇ। ਕਿੰਨੀ ਵਧੀਆ, ਕਿੰਨਾ ਵਧੀਆ ਹੋਵੇ। ਮੈਂ ਮੈਡਮ ਨਾਲ ਗੱਲ ਕਰਦਾ ਸੀਗਾ ਕਿ ਸਕੂਲ ਜਾਂ ਕਾਲਜ ਉਹੀ ਚੰਗਾ ਹੁੰਦਾ ਜਿੱਥੇ ਪਹਿਲਾਂ ਕਿਸੇ ਦਾ ਬਾਪ ਪੜ੍ਹਿਆ ਹੋਵੇ, ਫਿਰ ਉਹਦੇ ਬੱਚੇ ਪੜ੍ਹਨ ਤੇ ਕਿਤੇ ਤੀਜੀ ਪੀੜ੍ਹੀ ਆ ਜਾਵੇ ਉੱਥੋਂ ਤੱਕ। ਜਾਪਾਨ ਦੇ ਵਿੱਚ ਜੇ ਕਿਸੇ ਦਾ ਬਾਪ ਕਿਸੇ ਕਾਲਜ ਵਿੱਚ ਜਾਂ ਯੂਨੀਵਰਸਿਟੀ 'ਚ ਪੜ੍ਹਿਆ ਤੇ ਉਹ ਕਹਿ ਦੇਵੇ ਨਾ ਜਾ ਕੇ ਕਿ ਮੇਰੇ ਪਾਪਾ ਜਾਂ ਮੇਰੇ ਡੈਡੀ ਇਸੇ ਯੂਨੀਵਰਸਿਟੀ ਦੇ ਵਿਦਿਆਰਥੀ ਆ, ਤਾਂ ਉੱਥੋਂ ਦਾ ਵਾਈਸ ਚਾਂਸਲਰ ਉਹਦੀ ਫੀਸ ਮਾਫ ਕਰ ਦਿੰਦਾ। ਕਿ ਯਾਰ ਕਿੰਨੀ ਵਧੀਆ ਸਾਡੀ ਯੂਨੀਵਰਸਿਟੀ ਦੀ ਪਾਵਰ, ਕਿੰਨੇ ਬੱਚੇ ਆ, ਜਿਹਦਾ ਬਾਪ ਵੀ ਇੱਥੋਂ ਪੜ੍ਹ ਕੇ ਗਿਆ ਉਹਦਾ ਬੱਚਾ ਵੀ ਇੱਥੋਂ। ਆਓ ਮਾਂ ਬੋਲੀ ਨੂੰ ਪਿਆਰ ਕਰੀਏ, ਉਹਦਾ ਸਤਿਕਾਰ ਕਰੀਏ, ਉਹਨੂੰ ਮਾਣ ਦੇਈਏ। ਬਹੁਤ ਬਹੁਤ ਸ਼ੁਕਰੀਆ। ਬੜੇ ਹੀ ਖੂਬਸੂਰਤ ਵਿਚਾਰ ਜਿਹੜੇ ਪ੍ਰਿੰਸੀਪਲ ਡਾਕਟਰ ਸੁਰਜੀਤ ਸਿੰਘ ਨੇ ਤੁਹਾਡੇ ਨਾਲ ਸਾਂਝੇ ਕੀਤੇ ਆ। ਮੈਂ ਉਮੀਦ ਕਰਦੀ ਹਾਂ ਕਿ ਸਾਡੇ ਬੱਚਿਆਂ ਨੇ ਅੱਜ ਮਾਂ ਬੋਲੀ ਬਾਰੇ ਬਹੁਤ ਕੁਝ ਨਵਾਂ ਸਿੱਖਿਆ ਆ। ਬਹੁਤ ਹੀ ਵਧੀਆ ਵਿਚਾਰ ਸਨ। ਹੁਣ ਮੈਂ ਸੱਦਾ ਦੇਵਾਂਗੀ ਸਰਦਾਰ ਸੁਖਦੇਵ ਸਿੰਘ ਜੀ ਨੂੰ, ਜਿਹੜੇ ਕਿ ਜੇਲ੍ਹ ਵਿਭਾਗ ਦੇ ਰਿਟਾਇਰਡ DSP ਨੇ। ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਪ੍ਰਿੰਸੀਪਲ ਸਰਜੀਤ ਸਿੰਘ ਜੀ, ਡਾਕਟਰ ਪ੍ਰਿੰਸੀਪਲ ਸਲਾਮਜੀਤ ਸਿੰਘ ਜੀ ਖਾਲਸਾ ਜੀ, ਸੁੱਚਾ ਸਟਾਫ ਅਤੇ ਬਹੁਤ ਪਿਆਰੇ ਬੱਚਿਓ, ਅੱਜ ਮਾਣ ਮਹਿਸੂਸ ਹੋ ਰਿਹਾ ਕਿ ਇਹ ਸੰਸਥਾ ਦੇ ਵਿੱਚ ਜਿਹਦਾ ਨਾਂ ਹੀ ਧਾਰਮਿਕ ਹੈ, ਗੁਰੂ ਨਾਨਕ ਕਾਲਜ ਮੋਗਾ ਭੁਪਿੰਦਰਾ ਖਾਲਸਾ ਸਕੂਲ, ਇੱਥੇ 2 ਲਫ਼ਜ਼ ਕਹਿਣ ਦਾ ਮੌਕਾ ਮਿਲਿਆ। ਆਪਦੇ ਆਪ ਨੂੰ ਅਸੀਂ ਬਹੁਤ ਸੁਭਾਗ ਪ੍ਰਾਪਤ ਹੋਇਆ, ਇਹ ਸਮਾਂ ਮਿਲਿਆ।
ਸੋ ਡਾਕਟਰ ਸਾਹਿਬ ਨੇ ਪੰਜਾਬੀ ਬੋਲੀ ਬਾਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਵਿਸਥਾਰ ਨਾਲ ਦੱਸਿਆ ਕਿ ਪਿਛਲੇ ਤਕਰੀਬਨ 3-4 ਸਾਲ ਤੋਂ ਪੰਜਾਬੀ ਭਾਸ਼ਾ ਪ੍ਰਸਾਰ ਇਸ ਨਵਾਂ ਬਣਿਆ ਉਹਦੇ ਨਾਲ ਜੁੜੇ ਹਾਂ। ਅਸੀਂ ਜੁੜੇ ਹਾਂ, ਮਹਿੰਦਰਪਾਲ ਲੂੰਬਾ ਜੀ ਸਾਡੇ ਹੈਗੇ ਕਨਵੀਨਰ ਆ ਇੱਥੋਂ ਦੇ ਮੋਗੇ ਜ਼ਿਲ੍ਹੇ ਦੇ। ਬਾਕੀ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਨ ਦਾ ਇੱਕ ਵੱਖਰਾ ਹੀ ਲਹਿਜਾ ਹੁੰਦਾ। ਜਿਸ ਤਰ੍ਹਾਂ ਆਪਾਂ ਕੋਈ ਨਾਰਾ ਵੀ ਕਿਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਓਰ ਪੰਜਾਬੀ ਹੈ, ਕਿਤੇ ਵੀ ਇਹਦੇ 'ਚ ਕੋਈ ਲਫ਼ਜ਼ ਉਹੋ ਜਿਹਾ ਨਹੀਂ ਆਇਆ। ਸੋ ਸਾਨੂੰ ਜਿਹੜੀ ਮਾਂ ਇੱਕ ਮਾਂ ਬੋਲੀ ਪੰਜਾਬੀ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਸਾਡੀਆਂ 3 ਮਾਵਾਂ ਹੈ। ਜਿਹੜੀ ਮਾਂ ਹੈ ਨਾ, ਜਦੋਂ ਬੱਚਾ ਦੇਖੋ ਜਨਮ ਲੈਂਦਾ ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਮੈਂ ਕੌਣ ਹੈ, ਹਿੰਦੂ ਹੈ, ਕੌਣ ਹੈ, ਕਿਸ ਤਰ੍ਹਾਂ। ਜਿਹੜੀ ਇੱਕ ਮਾਂ ਉਹਦੀ ਜਿਵੇਂ ਜਿਵੇਂ ਉਹਦੀ ਪਰਵਰਿਸ਼ ਕਰਦੀ ਹੈ, ਉਵੇਂ ਉਵੇਂ ਜਿਵੇਂ ਉਹਨੂੰ ਸੰਸਕਾਰ ਦਿੱਤੇ ਜਾਂਦੇ ਆ, ਉਹ ਬੱਚਾ ਵੱਡਾ ਹੋ ਕੇ ਉਸੇ ਤਰ੍ਹਾਂ ਦਾ ਉਹਦੀਆਂ ਸਾਰੀਆਂ ਮਤਲਬ ਜਿਵੇਂ ਰਹਿਣ ਸਹਿਣ ਆ ਉਹਦਾ, ਜਿਵੇਂ ਉਸੇ ਮੁਤਾਬਕ ਹੀ ਉਹ ਚੱਲਦਾ ਹੈ। ਸਕੂਲ ਦੇ ਵਿੱਚ ਵੀ ਜਿਸ ਤਰ੍ਹਾਂ ਉਹਨੂੰ ਪੰਜਾਬੀ ਭਾਸ਼ਾ 'ਚ ਕੋਈ ਗੱਲਬਾਤ ਦਾ, ਪਹਿਲਾਂ ਪੰਜਾਬੀ ਭਾਸ਼ਾ ਹੁੰਦੀ ਸੀ, ਕਿੰਨੇ ਹੁਸ਼ਿਆਰ ਬੱਚੇ ਹੁੰਦੇ ਸੀਗੇ ਪੰਜਾਬੀ ਸਕੂਲਾਂ 'ਚ ਪੜ੍ਹ ਕੇ। ਪਰ ਹੁਣ ਜਿਹੜਾ ਜ਼ਮਾਨਾ ਕਾਨਵੈਂਟ ਸਕੂਲਾਂ ਦਾ ਆ ਗਿਆ, ਸਾਨੂੰ ਹਜੇ ਵੀ ਇਹ ਮਾਣ ਵਾਲੀ ਗੱਲ ਹੈ ਜਦੋਂ ਕਿਤੇ ਵੀ ਤੁਸੀਂ ਦਾਖਲਾ ਲੈਣਾ, ਕਿਤੇ ਵੀ ਤੁਸੀਂ ਸਰਕਾਰੀ ਨੌਕਰੀ ਲੈਣੀ ਹੈ, ਉਹਨਾਂ ਦੀ ਇਹ ਸ਼ਰਤ ਹੁੰਦੀ ਹੈ, ਹਾਂ ਵੀ 10ਵੀਂ ਪੱਧਰ ਤੱਕ ਪੰਜਾਬੀ ਪੜ੍ਹਿਆ ਤੂੰ, ਤੇਰੀ ਪੰਜਾਬੀ ਹੈ, ਤੇ ਜੇ ਹਾਂ ਤੇ ਫਿਰ ਉਹ ਤੁਹਾਨੂੰ ਉੱਥੇ ਅਪਾਇੰਟ ਵੀ ਕਰ ਸਕਦੇ ਆ, ਨਿਯੁਕਤ ਵੀ ਕਰ ਸਕਦੇ ਆ। ਸੋ ਹੁਣ ਤਾਂ ਜਿਹੜੇ ਆਪਣੇ ਲੋਕ ਗੀਤਾਂ ਦੇ ਵਿੱਚ ਮਾਂ ਹੈ, ਮਾਂ ਹੁੰਦੀ ਉਹ ਮਾਂ ਉਹ ਦੁਨੀਆ ਵਾਲੇ। ਜਿਹੜਾ ਬੰਦਾ ਆਪਦੇ ਮਾਂ ਦੀ ਸਤਿਕਾਰ ਕਰਦਾ ਉਹ ਸਦਾ ਸੁਖੀ ਰਹਿੰਦਾ। ਮਾਂ ਇੱਕ ਲਫ਼ਜ਼ ਬਹੁਤ ਹੀ ਹੈ। ਦੇਖੋ ਆਪਾਂ ਕਿਤੇ ਵੀ ਫੋਨ ਤੇ ਗੱਲ ਕਰਦੇ ਹਾਂ, ਬਾਹਰੋਂ ਫੋਨ ਆਉਂਦਾ ਜਾਂ ਬਾਹਰੋਂ ਕਿਤੇ ਆਉਂਦੇ ਆ, ਇੱਕ ਮਾਂ ਹੀ ਆ, ਉਹ ਪੁੱਛੂਗੀ ਹਾਂ ਪੁੱਤ ਰੋਟੀ ਰਾਟੀ ਖਾ ਲਈ ਤੂੰ। ਇੱਕ ਮਾਂ ਦਾ ਰਿਸ਼ਤਾ ਐਸਾ ਹੁੰਦਾ ਜਿਹੜਾ ਆਪਦੇ ਪੁੱਤਰ ਨੂੰ, ਆਪਦੀ ਲੜਕੀ ਨੂੰ, ਉਹਨੂੰ ਇਹ ਮਹਿਸੂਸ ਹੁੰਦਾ ਵੀ ਮੇਰਾ ਪੁੱਤ ਕਿਤੇ ਕਿਸੇ ਗੱਲੋਂ ਕਿਤੇ ਭੁੱਖਾ ਤੇ ਆਇਆ ਤਾਂ ਨਹੀਂ ਜਾਂ ਕਿਵੇਂ ਆ, ਮਾਂ ਹੀ ਇਹ ਸਭ ਕੁਝ ਪੁੱਛਦੀ ਆ। ਸੋ ਅੱਜ 16 ਅਕਤੂਬਰ ਨੂੰ ਆਪਾਂ ਅੰਤਰਰਾਸ਼ਟਰੀ ਜਿਹੜੀ ਪੰਜਾਬੀ ਭਾਸ਼ਾ ਦਿਵਸ ਮਨਾ ਰਹੇ ਹਾਂ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਬਹੁਤ ਹੀ ਵਿਸਥਾਰ ਨਾਲ ਪੰਜਾਬੀ ਭਾਸ਼ਾ ਬਾਰੇ ਦੱਸਿਆ, ਸਾਨੂੰ ਸਾਰਿਆਂ ਨੂੰ ਹੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਅਪਣਾਉਣਾ ਚਾਹੀਦਾ। ਉਹ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਸਿਖਾਉਣਾ ਚਾਹੀਦਾ। ਜੇ ਪੰਜਾਬ ਹੈ ਤਾਂ ਪੰਜਾਬੀਅਤ ਹੈ, ਸਾਰਾ ਕੁਝ ਪੰਜਾਬੀ ਦਾ ਹੀ ਆ। ਤੁਸੀਂ ਵੇਖਿਆ ਹੋਊਗਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਹਾਈਵੇ ਤੇ ਬੋਰਡ ਲੱਗੇ ਸੀਗੇ, ਉਹ ਪਹਿਲਾਂ ਇੰਗਲਿਸ਼ ਸੀ, ਉਹਦੇ 'ਚ ਇੰਗਲਿਸ਼, ਹਿੰਦੀ, ਪੰਜਾਬੀ, ਔਰ ਉਹਦੇ 'ਚ ਸੰਘਰਸ਼ ਕਰਨਾ ਪਿਆ। ਮੈਂ ਲੱਖੇ ਸਧਾਣੇ ਦਾ ਨਾਂ ਲਊਗਾ, ਉਹਨਾਂ ਨੇ ਬੜੀ ਜਦੋਜਹਿਦ ਕੀਤੀ। ਹੁਣ ਤੁਸੀਂ ਇਹ ਸਾਰੇ ਵੇਖਿਆ ਹੋਣਾ ਵੀ ਸਭ ਤੋਂ ਟੌਪ ਤੇ ਪੰਜਾਬੀ ਹੈ, ਫਿਰ ਇੰਗਲਿਸ਼, ਹਿੰਦੀ ਦਾ ਉਹਦੇ ਮਗਰ ਰਹੀ ਹੈ। ਸੋ ਹੌਲੀ ਹੌਲੀ ਜਿਹੜੀ ਪੰਜਾਬੀ ਹੈ ਇਹ ਪ੍ਰਫੁੱਲਤ ਹੋ ਰਹੀ ਹੈ। ਸਾਨੂੰ ਇਸ ਚੀਜ਼ ਦਾ ਮਾਣ ਹੈ ਵੀ ਅਸੀਂ ਪੰਜਾਬੀ ਹਾਂ। ਸੋ ਹੁਣ ਮੈਨੂੰ ਮੈਡਮ ਨੇ ਦੱਸਿਆ ਸੀ ਵੀ ਉਹ ਤੋਂ ਟਾਈਮ ਹੋ ਗਿਆ, ਇਸ ਕਰਕੇ ਟਾਈਮ ਥੋੜ੍ਹਾ ਹੀ ਆ। ਸੋ ਬਹੁਤ ਬਹੁਤ ਧੰਨਵਾਦ ਜਿਹੜਾ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਹੈ। ਬਹੁਤ ਬਹੁਤ ਧੰਨਵਾਦ। ਮੈਂ ਧੰਨਵਾਦ ਕਰਦੀ ਹਾਂ ਸਰਦਾਰ ਸੁਖਦੇਵ ਸਿੰਘ ਜੀ ਦਾ, ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ। ਟਾਈਮ ਦੀ ਸ਼ਾਰਟੇਜ ਹੋਣ ਕਰਕੇ ਥੋੜਾ ਸਮਾਂ ਸਭ ਨੂੰ ਮਿਲ ਪਾ ਰਿਹਾ ਆ, ਉਹਦੇ ਲਈ ਅਸੀਂ ਥੋੜੀ ਮਾਫੀ ਮੰਗਦੇ ਹਾਂ। ਹੁਣ ਮੈਂ ਸੱਦਾ ਦੇਵਾਂਗੀ ਡਾਕਟਰ ਸਿਮਰਕੌਰ ਗਿੱਲ, ਜਿਹੜੇ ਕਿ ਤੁਹਾਡੇ ਨਾਲ ਪੰਜਾਬੀਅਤ ਦੇ ਵਿਸ਼ੇ ਤੇ ਇੱਕ ਕਵਿਤਾ ਪੇਸ਼ ਕਰਨਗੇ। टॉपिक है उससे घंटियावधी बोलिया जा सकता है और बड़ा तजर्बा तो बड़ी शब्दावली भी है, परंतु टाइम में ध्यान रखते हुए गल हुई सी नैंसी मैडम ने मैंने कहा कि तुम देख रही है कि लैक्चर अज वैसे भी सारे लैक्चर के लिए साडे बजुर्ग ने साडे विचकार, तो मैं एक कविता जी साझी करना चाहती हाँ। एक ये होंगे है कि जो बच्चे इतने तो साढ़े इंग्लिश में तरजीह असी दे रहे हैं दिनों दिन, जिस तरह आईलैट्स सेंटर खुल रहे हैं, लेकिन बाहरले मुल्कों के जाके पंजाबी को तरजीह दी जाती है।
क्योंकि उत्थे उदरेवा एक जिहड़ा महसूस किया जाता है तो वो एक जिहड़ी फीलिंग है छोटा बच्चा जिहड़ा पंजाब तो जाता है एकदम पंजाबी माहौल तो कैनेडियन धरती से जाता है, लेकिन उसकी मानसिकता की हैगी वो पंजाबी नाल किस तरह जुड़िया होया है उस चीज़ का जिहड़ा उल्लेख है इसमें पंजाब तो दूर बड़े चिर की तमन्ना एक खत लिखा करूँ माँ सुनता सही हाल दिल दा सुनावा भेद खोल के दिखावा माँ याद है जदों असीं इंडिया तो चले सी मुट्ठी पर आसां ते ढेर सारे डर नाल चुके सी उदों तेरे पोते एक 5 ते दूजा 1.25 साल के हुंदे सी। एयरपोर्ट उत्ते दोनों दादी माँ बह के कितना रोए सी। लोकां कोलों अक्सर ही सुनदा सी ये थोड़ चिरा हेरवा ते थोड़ चिरा प्यारे पानी पी के कैनेडा का ये सब भुल जाएंगे डॉलर का कितने प्यार हो जाएंगे ये निक्के निक्के बच्चे जदों बड़े हो जाएंगे पंजाब ते पंजाबी फिर कितने याद आएंगे झूठ पूरा झूठ कहते वो लोग ने खुशी वाले पल पल कदों कितने भुल गए रिश्तियां के मोह दा तां वखरा सदे रहते भावें वतना तो असी कोहां दूर बेटे के स्कूल जदों अज मैं गया सी टीचर ने उसकी डायरी उत्ते लिखा दिखा के मैंने कहा सी न्यू ईयर तो रब कोलों हर बच्चे ने की एक डिमांड सी ते मेरे बेटे ने बस यही लिखा ओ गॉड आई वॉन्ट टू सी माई इंडियन फैमिली। टीचर उससे हैरान ते परेशान सी इसलिए उस मैनू किता एक सवाल सी व्हाई डज ही फील लोनली विदाउट हिज ग्रैंडपा। मैं मुस्कुराया ते उसने समझाया ये तो रिश्तियों का मोह है जो बड़ी दूर चला आया रब ते है उसने अपना विश्वास दिखाया काश रब उत्ते विश्वास का कभी ना टूटे माँ इसलिए मैं चाहना ओदी इच्छा ते विश्वास विच बन जावे कोई तालमेल काश अजिहा हो जावे। ਅੱਜ 16 ਅਕਤੂਬਰ ਨੂੰ ਪੰਜਾਬੀ ਜਾਂ ਮਾਂ ਭਾਸ਼ਾ ਦੇ ਦਿਵਸ 'ਤੇ ਮੈਂ ਸਾਡੇ ਵਿੱਚ ਆਏ ਸਰਦਾਰ ਸਰਜੀਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਸਰਦਾਰ ਸੁਖਦੇਵ ਸਿੰਘ ਬਰਾੜ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਹਾਂ। ਇਹਨਾਂ ਨੇ ਬਹੁਤ ਕੀਮਤੀ ਮਾਂ ਭਾਸ਼ਾ ਸੰਬੰਧੀ ਵਿਚਾਰ ਵਟਾਂਦਰਾ ਸਾਂਝੇ ਕੀਤੇ ਤਾਂ ਮੈਂ 2-4 ਮਿੰਟਾਂ ਦੀ ਗੱਲ ਕਰਕੇ ਫਤਿਹ ਬੁਲਾਊਂਗਾ। ਯੂ ਕੈਨ ਸੈਟ ਐਕਸਪ੍ਰੈਸ ਕਨਵੇ say everything and your mother tongue। माँ भाषा सब कुछ कहा जा सकता किसी उपरी भाषा कुछ भी नहीं कहा जा सकता उन्होंने कहने वास्ते सानू हिचकिचाना पैंदा जिवें साडे बाहरले बच्चे आ वो कहते मैं बाहर जाना मंगदा मैं खाना मंगदा मैं वेला रहना मंगदा वो किस तरह की भाषा सीख रहे क्योंकि माँ भाषा तो दूर हो गई। जे कोई संत कवि भी बनया वो भी अपनी माँ भाषा में पढ़े भाई वीर सिंह टैगोर रविंद्रनाथ टैगोर भाई वीर सिंह मुहम्मद इकबाल इन्होंने जो नाम लिखे तो ये भी क्यों बुलंदीगढ़ पहुँचे ये अपनी माँ भाषा में जुड़े तो माँ भाषा में असी सब कुछ सीख सकते हैं बोल सकते हैं एक्सप्रैस कर सकते हैं बयान कर सकते हैं अपने हाव भाव विचार एक दूजे नाल असी विचार वटांदरा कर सकते हैं कोई डिक्का नहीं पैंदा। होर भाषाओं के सानू शब्द लभण में भी बड़ा समा लग जाता सानू खोजना पैंदा भी इत्थे मैं की शब्द वा माँ भाषा के शब्द जिहड़े सहजे ही रुड़ते खुड़ते अपने आप ही तुहाडे विचारां दे नाल हावां भावां दे नाल आप ही रल जांदे। जिवें प्रोफैसर मोहन सिंह की कोई कविता पढ़ते हैं ਉਹਦੇ ਵਿੱਚ शब्द अपने आप ही पूरी तुरे हो। प्रोफैसर पूर्ण सिंह ने कविता लिखी है भावें कि छंद च नहीं लिखी पर हावां भावां दे नाल आप ही शब्द घूमते तुरे हो। एक बेगवान एक जी आप स्पीड वाली गल है जिहदे कोई रिकार्ड नहीं आती जिन्होंने असीं लहर बन गई कहने वो सारी गल कही जा सकती ये सब कुछ माँ भाषा तो ही चलता। माँ भाषा को वेखो कनेडा के भी दूजी भाषा का दर्जा देना ये साडी सफलता है प्राप्ति है कि असीं वर्ल्ड के भी माँ भाषा के झंडे कढ़ीए इहो जी कोई गल नहीं कि माँ भाषा खतरे च तुसीं सारे घरां दे विच बोलदे चलदे आ तो माँ भाषा की जरूरत है खुशी दे गमी दे गीत गाने तो माँ भाषा की चलते पूरे हफ्ते किसी होर भाषा की लोड़ नहीं पैंदी तो कोशिश करो वध तो वध जो महाराज रंजीत सिंह के राज इंग्लैंड के चाल चली सी कि इन्हों किवें गरीब किया जाए तो उन्होंने सारे घर कैदे खोले से भी इन्हों भाषा ना तोड़ इन्हों कोई ज्ञान ना हो
ਉਸ ਵੇਲੇ ਇੰਗਲੈਂਡ ਸੀ ਜਿਹੜਾ ਉਹ ਅਨਪੜ੍ਹ ਸੀ। ਪੰਜਾਬ ਜਿਹੜਾ ਇਹਨੇ ਇੱਕ ਪਿੰਡ ਦੇ ਵਿੱਚ ਹੀ ਦੱਸਦੇ ਸੀ 1500 ਦੇ ਵਿੱਚੋਂ 1300 ਕਿ 1400 ਬੰਦਾ ਪੜ੍ਹਿਆ ਲਿਖਿਆ ਸੀ। ਘਰ 'ਚ ਕਾਇਦਾ ਹੁੰਦਾ ਸੀ, ਹਰ ਇੱਕ ਦੇ ਘਰ 'ਚ ਕਾਇਦਾ ਸੀ ਕਿ ਉਹਨਾਂ ਨੇ 6-6 ਆਨੇ ਨੂੰ ਕਾਇਦੇ ਖਰੀਦ ਕੇ ਅੰਗਰੇਜ਼ ਨੇ 4 ਦੇ ਨਾਲ ਸਾਰੇ ਵਾਪਸ ਲਏ ਸੀ ਵੀ ਇਹਨਾਂ ਤੋਂ ਵੀ ਖੋਲ੍ਹੋ, ਜੇ ਇਹਨਾਂ ਨੂੰ ਕਾਬੂ ਕਰਨਾ ਹੈ, ਇਹਨਾਂ ਨੂੰ ਅਧੀਨ ਰੱਖਣਾ ਹੈ ਤਾਂ ਇਹਨਾਂ ਤੋਂ ਇਹਨਾਂ ਦੀ ਭਾਸ਼ਾ ਖੋਲ੍ਹੋ। ਹੁਣ ਵੀ ਉਹੀ ਚਾਲਾਂ ਚੱਲ ਰਹੀ ਹੈ ਵੀ ਇਹਨਾਂ ਨੂੰ ਹੋਰ ਭਾਸ਼ਾ ਸਿਖਾਓ। ਇਹਨਾਂ ਦੀ ਭਾਸ਼ਾ ਜਿਹੜੀ ਉਹਦੇ ਵਿੱਚ ਇਹ ਬੜੇ ਮੁਹਾਰਤ ਰੱਖਦੇ ਆ, ਗੱਲ ਨਹੀਂ ਕਰਨ ਦਿੰਦੇ, ਕਿਸੇ ਪਾਸੇ ਤੇ ਝੁਕਦੇ ਨਹੀਂ, ਬਹਿੰਦੇ ਨਹੀਂ। ਇਸ ਕਰਕੇ ਕੋਸ਼ਿਸ਼ ਕਰੋ ਵੀ ਆਪਣੀ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਮਾਂ ਭਾਸ਼ਾ ਦਾ ਖਿਆਲ ਰੱਖੋ, ਇਹਦੇ ਨਾਲ ਜੁੜੇ ਰਹੋ। ਇਹਨੇ ਤੁਹਾਡਾ ਸਾਥ ਨਿਭਾਉਣਾ ਹੈ, ਇਹਨੇ ਆਉਣ ਵਾਲੀਆਂ ਨਸਲਾਂ ਦਾ ਵੀ ਸਾਥ ਨਿਭਾਉਣਾ ਹੈ, ਇਹਨੇ ਕਾਇਮ ਰਹਿਣਾ ਹੈ, ਇਹਨੇ ਤੁਹਾਨੂੰ ਕਾਇਮ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।